ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 736 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਪੰਜਵੀਂ ਪਾਤਸ਼ਾਹੀ ਦੇ ਸ਼ਬਦ ਸ਼ੁਰੂ ਹੋ ਰਹੇ ਸੂਹੀ ਰਾਗ ਦੇ ਵਿੱਚ। ਪਹਿਲਾ ਹੀ ਸ਼ਬਦ 6 ਸ਼ਬਦਾਂ ਦੀ ਲੜੀ ਹੈਗੀ ਆ। ਮਹਾਰਾਜ ਮੇਹਰ ਕਰਨ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਪਹਿਲਾ ਘਰ, ਔਰ ਇਸ ਤੋਂ ਅੱਗੇ ਜਿਹੜੇ ਵੀ ਸ਼ਬਦ ਹੋਣਗੇ ਪਹਿਲੇ ਘਰ 'ਚ ਹੋਣਗੇ ਜਦ ਤੱਕ ਕਿ ਘਰ ਮੈਂਸ਼ਨ ਨਾ ਹੋਏ। ਪੂਰੀ ਲਾਈਨ ਜਿਹੜੀ ਹੈਗੀ ਉਹਨੂੰ ਇਕੱਠਾ ਲੈ ਕੇ ਉਹਦਾ ਅਰਥ ਕਰਨੇ ਆ। ਜਦ ਉਹਦੇ ਅਰਥ ਕਰਨੇ ਆ ਉਹਦੇ ਤੋਂ ਆਪਾਂ ਸੁਨੇਹਾ ਲੈਣਾ ਆ ਅਤੇ ਸਾਰੀ ਲਾਈਨ ਨੂੰ ਇਕੱਠੇ ਲੈਣਾ ਹੈ। ਅੰਗ 736। ਬਾਜੀ ਕਰੇ ਜੈਸੇ ਬਾਜੀ ਪਾਈ। ਬਾਜੀਗਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ। ਇਸ ਸ਼ਬਦ ਦੇ ਵਿੱਚ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਇਹ ਸਾਰੀ ਦੀ ਸਾਰੀ ਖੇਡ ਜਿਹੜੀ ਹੈਗੀ, ਇਹ ਸੰਸਾਰ ਜਿਹੜਾ ਹੈਗਾ, ਇਹ ਜੀਵ ਜਿਹੜੇ ਹੈਗੇ, ਆਪਾਂ ਜੋ ਕੁਛ ਵੀ ਹੈਗੇ ਹਾਂ ਇਹਦੇ ਬਾਰੇ ਗਿਆਨ ਦੇ ਰਹੇ ਆ। ਇਹ ਸਾਰਾ ਕੁਛ ਕੀ ਹੈਗਾ, ਇਹ ਕਿੱਥੋਂ ਆਇਆ ਸਾਰਾ ਕੁਛ, ਕਿੱਥੇ ਹੈਗਾ ਸਾਰਾ ਕੁਛ, ਕਿੱਥੇ ਜਾਣਾ ਹੈ ਸਾਰਾ ਕੁਛ, ਇਹਦੇ ਬਾਰੇ ਗਿਆਨ ਦੇ ਰਹੇ। ਬਾਜੀ ਕਰੇ ਜੈਸੇ ਬਾਜੀ ਪਾਈ। ਜਿਵੇਂ ਕੋਈ ਬਾਜੀਗਰ ਹੈਗਾ। ਬਾਜੀਗਰ ਕੌਣ ਹੁੰਦਾ ਹੈ? ਬਾਜੀਗਰ ਹੁੰਦਾ ਜਿਹੜਾ ਤਮਾਸ਼ਾ ਦਿਖਾਉਂਦਾ ਹੈ, ਜਿਹੜਾ ਸ਼ੋਅ ਕਰਦਾ ਹੈ, ਜਿਹੜਾ ਹੈਗਾ ਜਾਦੂ ਦਿਖਾਉਂਦਾ ਹੈ, ਜਾਦੂਗਰ। ਬਾਜੀ ਕਰੇ ਜੈਸੇ ਬਾਜੀ ਪਾਈ। ਬਾਜੀਗਰ ਇਕੱਲਾ ਹੀ ਹੈਗਾ, ਉਹਨੇ ਇੱਕ ਜਾਦੂ, ਉਹਨੇ ਬਾਜੀ ਪਾਈ ਹੋਈ ਹੈ। ਸਾਰਾ ਸੰਸਾਰ ਬਾਜੀਗਰ ਦੀ ਬਾਜੀ ਹੈਗੀ ਹੈ, ਜਾਦੂ ਹੈਗਾ, ਤਮਾਸ਼ਾ ਹੈਗਾ। ਬਾਜੂਗਰ ਨੇ ਆਪਣੇ ਪਿਟਾਰੇ ਤੋਂ, ਆਪਣੇ ਝੋਲੀ ਤੋਂ, ਆਪਣੇ ਥੈਲੇ 'ਚੋਂ, ਆਪਣੇ ਅੰਦਰੋਂ ਸਾਰਾ ਕੁਛ ਕੱਢਿਆ ਹੈ। ਸਾਰੀ ਦੀ ਸਾਰੀ ਗੇਮ ਜਿਹੜੀ ਹੈਗੀ ਆ ਉਹ ਬਾਜੀਗਰ ਦੀ। ਇਹ ਬਾਜੀਗਰ ਨੇ ਜਿਹੜੀ ਬਾਜੀ ਪਾਈ ਹੋਈ ਆ, ਮਾਇਆ ਹੈਗੀ, ਛਲ ਹੈਗਾ, ਧੋਖਾ ਹੈਗਾ। ਇਹ ਧੋਖੇ ਦੇ ਨਾਲ ਉਸ ਬਾਜੀਗਰ ਨੇ ਵੈਰਾਈਟੀ ਬਣਾਈ ਹੋਈ ਆ। ਇਹ ਸੰਸਾਰ ਦੀ ਰਚਨਾ ਕੀਤੀ ਹੋਈ ਆ, ਸਾਰੇ ਜੀਵਾਂ ਦੇ ਸਰੀਰਾਂ ਦੀ ਰਚਨਾ ਕੀਤੀ ਆ। ਹਵਾ, ਪਾਣੀ, ਸਾਰੇ ਪਲੈਨਟ, ਜੋ ਕੁਛ ਵੀ ਹੈਗਾ ਉਹ ਬਾਜੀਗਰ ਦੇ ਵਿੱਚੋਂ ਹੀ ਨਿਕਲਿਆ ਹੋਇਆ ਹੈ। ਬਾਜੀਗਰ ਨੇ ਤਮਾਸ਼ਾ ਦਿਖਾਇਆ ਹੈ, ਤਮਾਸ਼ਾ ਕ੍ਰੀਏਟ ਕੀਤਾ ਹੋਇਆ। ਮਰਜ਼ੀ ਹੈਗੀ ਤੇ ਸਮੇਟ ਲਏਗਾ, ਮਰਜ਼ੀ ਹੈਗੀ ਤਮਾਸ਼ਾ ਦਿਖਾ, ਤਮਾਸ਼ਾ ਪੈਦਾ ਕਰ ਦੇਗਾ। ਆਪ ਹੀ ਤਮਾਸ਼ਾ ਦਿਖਾ ਰਿਹਾ ਹੈ, ਆਪ ਹੀ ਗੋਟੀਆਂ ਨੂੰ ਚਲਾ ਰਿਹਾ ਹੈ, ਆਪ ਹੀ ਸਾਰੀ ਗੇਮ ਦਾ ਕੰਟਰੋਲਰ ਹੈਗਾ ਉਹ ਮਾਲਕ ਉਹ ਬਾਜੀਗਰ। ਆਹ ਗੱਲ ਬਹੁਤ ਜ਼ਰੂਰੀ ਹੈਗੀ, ਨਹੀਂ ਤਾਂ ਆਪਾਂ ਭਗਤੀ ਨਹੀਂ ਕਰ ਪਾਵਾਂਗੇ। ਜੇ ਇਹ ਬਾਜੀ ਨੂੰ ਆਪਾਂ ਸੱਚ ਸਮਝ ਲਿਆ ਤੇ ਛੱਡ ਕਦੀ ਵੀ ਨਹੀਂ ਪਾਵਾਂਗੇ। ਕਦੀ ਵੀ ਗੇਮ 'ਚੋਂ ਬਾਹਰ ਨਹੀਂ ਹੋ ਸਕਦੇ ਆਪਾਂ। ਕਦੀ ਵੀ ਸੱਤ ਦੇ ਆਚਰਣ ਨੂੰ ਨਹੀਂ ਆਪਾਂ ਫੜ ਸਕਦੇ। ਕਦੀ ਵੀ ਆਪਾਂ ਜਿਹੜੇ ਹੈਗੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਨਹੀਂ ਕਰ ਪਾਵਾਂਗੇ। ਕਿਉਂਕਿ ਜਦ ਆਪਾਂ ਨੂੰ ਪਤਾ ਲੱਗੇ ਭਾਈ ਮੈਂ ਜਿਹਦੇ ਪਿੱਛੇ ਜਾ ਰਿਹਾ, ਇੰਦਰੀਆਂ ਜੋ ਡਿਮਾਂਡ ਕਰ ਰਹੀਆਂ ਹੈ, ਇਹ ਤਾਂ ਬਾਜੀ ਹੈਗੀ ਆ, ਇਹ ਤਾਂ ਧੋਖਾ ਹੈਗਾ। ਆਹੀ ਤਾਂ ਬਾਜੀ ਹੈ ਮਾਲਕ ਪਰਮਾਤਮਾ ਦੀ। ਬਾਜੀ ਕਰੇ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਔਰ ਬਾਜੀਗਰ ਨੇ ਦੇਖ ਲਓ ਕਿੰਨੇ ਕੁ ਰੂਪ ਆ, ਕਿੰਨਾ ਕੁ ਭੇਖ ਹੈਗਾ। ਇਹ ਸਾਰਾ ਦਾ ਸਾਰਾ ਭੇਖ ਹੈਗਾ ਭਾਈ। ਜੋ ਕੁਛ ਵੀ ਹੈਗਾ ਭੇਖ ਆ, ਭੇਖ। ਅਨੇਕਾਂ ਦੇਖੋ ਕਿੰਨੇ ਕੁ ਜੀਵ ਪੈਦਾ ਕੀਤੇ ਆ, ਕਿੰਨੇ ਕੁ ਪਲੈਨਟਸ ਬਣਾਤੇ, ਕਿੰਨੇ ਸਾਰਾ ਹਵਾ, ਪਾਣੀ, ਤਰਦ, ਪਤਾਲ, ਆਕਾਸ਼। ਇਹ ਸਾਰੀ ਦੀ ਸਾਰੀ ਬਾਜੀਗਰ ਦੀ ਬਾਜੀ ਹੈਗੀ। ਨਾਨਾ ਰੂਪ ਭੇਖ ਦਿਖਲਾਈ ਹੈ ਉਹ ਬਾਜੀਗਰ ਇਕੱਲਾ ਹੀ, ਆਪਣੇ 'ਚੋਂ ਹੀ ਸਾਰਾ। ਔਰ ਕੋਈ ਵੀ ਚੀਜ਼ ਜਿਹੜੀ ਹੈਗੀ ਕਿਤੇ ਜਾਣ ਵਾਲੀ ਨਹੀਂ, ਕਿਤੇ ਨਸ਼ਟ ਹੋਣ ਵਾਲੀ ਨਹੀਂ ਹੈ।
ਨਾ ਉਹਦੇ ਤੱਤ ਤੇ ਨਾ ਜੀਵ। ਉਹਦੇ ਵਿੱਚੋਂ ਹੀ ਨਿਕਲੀ ਸਾਰੀ ਚੀਜ਼ ਲਾਈਵ ਹੈਗੀ ਬਾਜੀਗਰ ਦੀ। ਕੋਈ ਡੈਡ ਨਹੀਂ ਹੈ ਇੱਥੇ ਦੁਨੀਆ ਦੇ ਵਿੱਚ, ਕੋਈ ਡੈਡ ਨਹੀਂ ਹੈਗਾ। ਮਿੱਟੀ ਮੁੱਟੀ ਕੁਛ ਡੈਡ ਨਹੀਂ ਹੈ। ਸਾਇੰਸ ਵੀ ਕਹਿੰਦੀ ਹੈ ਭਾਈ ਇਹ ਪਾਵਰ ਹੈਗੀ ਆ, ਬਾਜੀ ਹੈਗੀ, ਬਾਜੀ ਸ਼ਕਤੀ ਦੇ ਨਾਲ ਬਾਜੀਗਰ ਨੇ ਬਾਜੀ ਪਾਈ ਹੋਈ ਹੈ। ਆਪਣੇ ਆਪ ਨੂੰ ਹੀ ਵਿਸਤਾਰ ਕੀਤਾ ਹੋਇਆ। ਨਾਨਾ ਰੂਪ ਭੇਖ ਦਿਖਲਾਈ, ਆਹੀ ਤਾਂ ਦੇਖ ਰਹੇ ਹਾਂ ਆਪਾਂ, ਨਾਨਾ ਰੂਪ ਭੇਖ। ਔਰ ਸਾਰਾ ਸੱਚ ਲੱਗ ਰਿਹਾ। ਔਰ ਇਹ ਬਾਜੀ ਇੰਨੀ ਸੱਚੀ ਲੱਗ ਰਹੀ ਆ ਕਿ ਲੋਕੀ ਬਾਜੀਗਰ ਨੂੰ ਮੰਨਦੇ ਹੀ ਨਹੀਂ ਆ। बाजीगरे जैसे बाजी पाई, नाना रूप भेख दिखलाई, सांग उतार थम्यो पासारा। लो बाजीगर ने समेट ली बाजी। सांग जेड़ा स्वांग बनाया सी सारा उतारता, पसारा थम गया भाई। जो खिलारा सीगा सारा दा सारा थम गया। तब एको एक अंकारा, कलम कला रह गया एक अंकार। इस करके एक नंबर तो ज्ञान शुरू होंदा है गुरु ग्रंथ साहब दा, एक पाया होया है, एक बाजीगर, बस दैट्स ऑल दी एंड। ओंकार ऊड़ा खुला है पर पसारा ही पसारा है, खुला है चल रहा हाले पसारा, बंद थोड़ी ना होया। बाजी करे जैसे बाजी पाई, नाना रूप भेख दिखलाई, सांग उतार थम्यो पसारा, तब एको एक अंकारा। कवन रूप दृष्टियों बिनसायो। आ फिर ਜਿਹੜਾ ਸਾਨੂੰ ਦਿਸਦਾ ਹੈ, ਫਿਰ ਬੰਦੇ ਮਰ ਜਾਂਦੇ ਆ, ਚਲੇ ਜਾਂਦੇ ਆ। ਇਹ ਕੀ ਹੋ ਰਿਹਾ ਹੈ ਭਾਈ? ਕਵਨ ਰੂਪ, ਇਹ ਰੂਪ ਕਿਹੜਾ ਹੈਗਾ? ਦ੍ਰਿਸ਼ਟਿਓ ਜਿਹੜਾ ਦਿਖ ਰਿਹਾ ਹੈ, ਬਿਨਸਾਇਓ ਜਿਹੜਾ ਬਿਨਸ ਜਾਂਦਾ ਹੈ, ਤੇ ਕਿੱਥੇ ਚਲੇ ਜਾਂਦਾ ਹੈ, ਕਿੱਥੋਂ ਆਉਂਦਾ ਹੈ? ਕਤੇ ਗਇਓ ਉਹ ਕਤ ਤੇ ਆਇਓ ਰਹਾਓ। ਕਿੱਥੇ ਚਲਾ ਗਿਆ ਭਾਈ? ਮਰਨ ਤੋਂ ਬਾਅਦ ਕਿੱਧਰ ਨੂੰ ਗਿਆ? ਕਿੱਧਰੋਂ ਆਇਆ ਸੀ? ਅਰਥਾਤ ਨਾ ਕਿਤੋਂ ਆਇਆ ਸੀ, ਨਾ ਕਿਤੇ ਗਿਆ ਹੈ। ਬਾਜੀਗਰ ਹਰ ਜਗ੍ਹਾ ਤੇ ਬਾਜੀਗਰ ਅਵੇਲੇਬਲ ਹੈਗਾ। ਕਵਨ ਰੂਪ ਦਿਸ਼ਟਿਓ ਬਿਨਸਾਇਓ, ਕਤਹਿ ਗਇਓ ਉਹ ਕਤ ਤੇ ਆਇਓ ਰਹਾਓ। नहीं समझ आना। महाराज फिर एग्जाम्पल दे रहे, जल ते उठे अनक तरंगा। कहते देख ला पानी, पानी तो इक्को ही हैगा, ਉਹਦੇ ਚੋਂ ਕਿੰਨੀਆਂ ਤਰੰਗਾਂ ਉੱਡਦੀਆਂ, ਕਿੰਨੀਆਂ ਉੱਚੀਆਂ ਛੱਲਾਂ ਉੱਡਦੀਆਂ, ਝੱਗ ਉੱਡਦੀ ਹੈ। ਦੇਖ ਜਲ ਤੇ ਉਠੇ ਅਨਕ ਤਰੰਗਾ। ਕਿੱਥੇ ਆਕਾਸ਼ 'ਚ ਬੱਦਲ, ਦੇਖ ਲਾ ਬੱਦਲ ਪਹੁੰਚ ਜਾਂਦੇ ਉੱਪਰ, ਬਰਫ਼ ਜੰਮ ਜਾਂਦੀ ਆ। जलते उठे अनक तरंगा, कनक भूखन कीने बहु रंगा। सोना हैगा, सोने तो अलग अलग तरह के ਜਿਹੜੇ ਹੈਗੇ ਗਹਿਣੇ ਬਣਾ ਦਿੱਤੇ। ਕੋਈ ਕੜੇ ਬਣਾਤੇ, ਕੋਈ ਜਿਹੜੇ ਹੈਗੇ ਆ ਕੰਨਾਂ ਦੀਆਂ ਬਾਲੀਆਂ, ਕੋਈ ਨੱਕ ਦੇ ਕੋਕੇ, ਕੋਈ ਕੁਛ ਕੋਈ ਗਲ ਦਾ ਹਾਰ। ਕਨਕ ਭੂਖਨ ਕੀਨੇ ਬਹੁ ਰੰਗਾ। बीज बीजे देखियो बहु प्रकारा। अनेकां प्रकार बीज के देखिया किड्डा वड्डा दरख्त हो जाता है। माड़ा जिहा जिहड़ा हैगा खसखस दे दाने जिन्ना जिहड़ा हैगा वो बोड़ दा हुंदा है बीज। और देख लो किन्ना क वड्डा उहदे नालों दरख्त बन जाता है। बीज बीजे देखियो बहु प्रकारा, फल पाके ते एक अंकारा। वापस फल पक जाते हैं। फल तो फिर जिहड़ा हैगा बीज, वापस बीज आ जाता है भाई। सहस घटा में एक आकाश। हज़ारां ही घड़े होण उन्हां दे विच जिहड़ा हैगा परछावां उसे आकाश दा ही हैगा भाई। सारियां दे अंदर ਉਹੀ मालक परमात्मा हैगा। घट फूटे ते ਉਹੀ प्रकाश। घट फुट जाता है ਉਹੀ प्रकाश है मालक परमात्मा दा जोत ਜਿਹੜੀ ਹੈਗੀ। ਉਹ ਕਹਿੰਦੇ ਖਾਕ ਨੂਰ ਕਰਦੰ ਨੂਰ। ਪਰਮ ਲੋਭ ਮੋਹ ਮਾਇਆ ਵਿਕਾਰ। ਹੁਣ ਦੇਖ ਲਓ
ਮਾਲਕ ਨੇ ਜਿਹੜਾ ਹੈਗਾ ਤਰ੍ਹਾਂ ਤਰ੍ਹਾਂ ਦੇ ਰੂਪ ਬਣਾ ਦਿੱਤੇ। ਹੁਣ ਉਹਦਾ ਭੁਲੇਖਾ ਪੈਦਾ ਹੋ ਗਿਆ, ਭਰਮ, ਲੋਭ ਲਾਲਚ ਆ ਗਿਆ, ਪਦਾਰਥਾਂ ਦਾ ਭਰਮ, ਅਲੱਗ-ਅਲੱਗ ਪਦਾਰਥ, ਅਲੱਗ-ਅਲੱਗ ਸਵਾਦ, ਮੋਹ ਪੈਦਾ ਹੋ ਗਿਆ ਉਹਨਾਂ ਦਾ। ਆਇਆ ਮਾਇਆ ਤੇ ਵਿਕਾਰ ਪੈਦਾ ਹੋ ਗਏ। ਜਦ ਮੋਹ ਪੈਦਾ ਹੋਇਆ ਤੇ ਫਿਰ ਵਿਕਾਰ ਪੈਦਾ ਹੋ ਗਏ। ਭਰਮ, ਲੋਭ, ਮੋਹ, ਮਾਇਆ, ਵਿਕਾਰ, ਭ੍ਰਮ ਛੂਟੇ ਤੇ ਏਕ ਓਂਕਾਰ। ਬਸ ਆਹੀ ਕੰਮ ਕਰਨਾ ਹੈ ਆਪਾਂ ਨੇ, ਆਹੀ ਯਾਤਰਾ ਹੈਗੀ ਆ। ਇਹ ਭਰਮ ਜਿਹੜਾ ਹੈਗਾ, ਇਹ ਧੋਖਾ ਜਿਹੜਾ ਹੈਗਾ, ਇਹਨੂੰ ਹਟਾਉਣਾ ਹੈ ਆਪਾਂ ਨੇ। ਇਹ ਮੋਹ, ਫਿਰ ਇੱਕ ਓਂਕਾਰ ਰਹਿ ਜਾਏਗਾ, ਫਿਰ ਆਪਾਂ ਗੇਮ 'ਚੋਂ ਬਾਹਰ ਹੋ ਜਾਵਾਂਗੇ। ਭ੍ਰਮ ਛੂਟੇ ਤੇ ਏਕ ਓਂਕਾਰ, ਉਹ ਅਬਨਾਸੀ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ। ਦੇਖ ਤੂੰ ਅਬਨਾਸੀ ਹੈਗਾ, ਮਾਲਕ ਅਬਨਾਸੀ ਹੈਗਾ, ਨਾ ਉਹ ਨਹੀਂ ਬਿਨ ਸਕਦਾ, ਤੂੰ ਵੀ ਨਹੀਂ ਬਿਨ ਸਕਦਾ। ਨਾ ਕੋਈ ਆਉਂਦਾ ਹੈ ਤੇ ਨਾ ਕੋਈ ਜਾਂਦਾ ਹੈ। ਉਹ ਅਬਨਾਸੀ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ। ਆਪਾਂ ਕਿੱਥੇ ਜਾਵਾਂਗੇ ਦੱਸੋ? ਹੈ ਤਾਂ ਆਪਾਂ ਮਾਲਕ ਦੇ ਵਿੱਚ ਤਾਂ ਹੈਗੇ ਹਾਂ। ਸਾਰੀ ਗੇਮ ਤਾਂ ਮਾਲਕ ਦੇ ਵਿੱਚ ਚੱਲ ਰਹੀ ਹੈ। ਬਸ ਟਰਾਂਸਫਾਰਮ ਹੋ ਜਾਂਦੇ ਹਾਂ ਆਪਾਂ। ਇਹ ਪੰਜ ਤੱਤ ਜਿਹੜੇ ਹੈਗੇ, ਇਹ ਜਿਹੜਾ ਹੈਗਾ ਬਾਹਰੀ ਇਹਦਾ ਚੋਲਾ ਜਿਹੜਾ ਹੈਗਾ, ਇਹ ਖਤਮ ਹੋ ਜਾਂਦਾ ਹੈ। ਇਹ ਜਿਹੜਾ ਹੈਗਾ ਇਹ ਟਰਾਂਸਫਾਰਮ ਹੋ ਜਾਂਦਾ ਹੈ। ਫਿਰ ਆਪਾਂ ਜਿਹੜੇ ਹੈਗੇ ਬਗੈਰ ਸਰੀਰ ਦੇ, ਫਿਰ ਜਦ ਮਾਲਕ ਦੀ ਮਰਜ਼ੀ ਹੁੰਦੀ ਆ, ਜੇ ਜੀ ਆਪਣੀ ਜਿਹੜੀ ਹੈਗੀ ਆ, ਆਪਣੀ ਪ੍ਰਾਲਬਧ ਹੈਗੀ, ਜਿਹੜੀ ਕਮਾਈ ਹੈਗੀ, ਜਿਹੜੀ ਉਸ ਹਿਸਾਬ ਦੇ ਨਾਲ ਫਿਰ ਗਾਂ ਸਰੀਰ ਮਿਲ ਜਾਂਦਾ। ਬੈਠਾ ਹੈ ਧਰਮਰਾਜ जी हाँ जी। एक शब्दों का कौन मुआ रे कौन मुआ। हाँ, क्या नहीं मल करो बेचारा, है तो चलत पाया। चलत पाया, बिल्कुल सही है जी, बिल्कुल सही है। ओ अबनासी बिनसत नाही, ना को आवे ना को जाही, गुरे पूरे हौमे मल धोई। देख लो, आ गुरु ने करना है, पूरे गुरु ने, पूरा गुरु या ज्ञान दे सकता है भाई। ਇਹੋ ਜਿਹਾ ਗਿਆਨ ਕਿਤੋਂ ਹੋਰ ਨਹੀਂ ਆ ਸਕਦਾ। ਜਿਹੜੇ ਜਿਨ੍ਹਾਂ ਨੇ ਯਾਤਰਾ ਕੀਤੀ ਆ, ਉਹ ਜਿਨ੍ਹਾਂ ਨੇ ਇਹ ਗੇਮ ਬੁੱਝੀ ਆ, ਉਹ ਭਾਈ ਉਹੀ ਗਿਆਨ ਦੇ ਸਕਦੇ ਆ। ਨਹੀਂ ਤਾਂ ਇਹ ਹਉਮੈ ਦੀ ਮੈਲ ਨਹੀਂ ਜਾਂਦੀ। ਹਉਮੈ ਕੀ ਆ? ਬਸ ਆਪਾਂ ਨੇ ਆਪਣੇ ਆਪ ਨੂੰ ਸਰੀਰ ਸਮਝ ਲਿਆ, ਬਸ ਹਉਮੈ ਸ਼ੁਰੂ ਹੋ ਗਈ। ਮੈਂ ਜਦ ਆਪਣੇ ਆਪ ਨੂੰ ਸਮਝ ਲਿਆ ਤੇ ਦੂਜਾ ਤਾਂ ਆਟੋਮੈਟਿਕਲੀ ਆ ਹੀ ਜਾਣਾ ਹੈ ਫਿਰ। ਤੇ ਉਹ ਇਕਾਈ ਜਿਹੜੀ ਮਾਲਕ, ਉਹ ਗਾਇਬ ਹੋ ਜਾਣਾ ਫਿਰ। ਗੁਰੇ ਪੂਰੇ ਹਉਮੈ ਮਲ ਤੋਈ, ਕਹੋ ਨਾਨਕ ਮੇਰੀ ਪਰਮਗਤ ਹੋਈ। ਬਸ ਆਹੀ ਹਉਮੈ ਦੀ ਮੈਲ ਹੀ ਖਤਮ ਕਰਨੀ ਆ। ਆਪਾਂ ਨਹੀਂ ਹੈਗੇ ਕੁਛ, ਆਪਾਂ ਮਾਲਕ ਹੀ ਹੈਗੇ ਆ। ਗੁਰੇ ਪੂਰੇ ਹਉਮੈ, ਔਰ ਜਿਹੜੀ ਹੈਗੀ ਹਉਮੈ ਦੀ ਮੈਲ ਜਾਣੀ ਕਿਵੇਂ ਆ? ਜਦ ਆਪਣਾ ਸਰੀਰ ਆਪਾਂ ਸਮਝਾਂਗੇ ਨਹੀਂ ਹੈਗਾ ਮੈਂ ਸਰੀਰ, ਤੇ ਆਪਾਂ 10 ਇੰਦਰੀਆਂ ਦੇ ਥਰੂ ਜਿਹੜੀਆਂ ਆ ਗਈਆਂ ਆਪਾਂ ਨੂੰ ਡੋਬੀ ਜਾ ਰਹੀਆਂ ਆ ਸਵਾਦਾਂ ਦੇ ਵਿੱਚ, ਕਿਉਂ ਉਹਨਾਂ 'ਤੇ ਕਿਉਂ ਨਹੀਂ ਵਰਕਆਊਟ ਕਰਾਂਗੇ? ਕਿਉਂ ਆਪਾਂ ਸਰੀਰ ਦੇ ਨਾਲ ਹੀ ਜਿਹੜਾ ਹੈਗਾ, ਸਰੀਰ ਨੂੰ ਹੀ ਜਿਹੜਾ ਖੜਾਈ ਪੜਾਈ ਜਾਵਾਂਗੇ ਫਿਰ? ਗੁਰੇ ਪੂਰੇ ਹਉਮੈ ਮਲ ਧੋਈ। ਹਉਮੈ ਦੀ ਮੈਲ ਹੈਗੀ ਭਾਈ, ਇਸੇ ਨੂੰ ਧੋਣਾ ਹੈ। ਇਹੀ ਕਾਰਨ ਸਰੀਰ ਹੈਗਾ, ਇਹੀ ਮਨ ਹੈਗਾ। ਕਹੋ ਨਾਨਕ ਮੇਰੀ ਪਰਮਗਤ ਹੋਈ, ਤਾਂ ਜਿਹੜੀ ਹੈਗੀ ਪਰਮਗਤ ਹੋ ਜਾਏਗੀ। ਚੌਥਾ ਪਦ, ਮਾਲਕ ਪਰਮਾਤਮਾ ਜਿਹੜਾ ਹੈਗਾ ਪ੍ਰਗਟ ਹੋ ਜਾਏਗਾ ਹਿਰਦੇ ਦੀ ਸੇਜਾ ਦੇ ਉੱਤੇ। ਉਹ ਤਾਂ ਹੁਣ ਵੀ ਹੈਗਾ ਅੰਦਰ, ਆਪਾਂ ਬਾਹਰ ਆ। ਸੂਹੀ ਮਹੱਲਾ ਪੰਜਵਾਂ, ਕੀਤਾ ਲੋੜੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਬਸ ਕਹਿੰਦੇ ਜੋ ਤੂੰ ਚਾਹੁੰਦਾ ਹੈ ਮਾਲਕਾ ਉਹੀ ਹੁੰਦਾ ਹੈ। ਤੂੰ ਪਸਾਰਾ ਚਾਹੁੰਦਾ ਹੈ ਪਸਾਰਾ ਹੋ ਜਾਂਦਾ ਹੈ, ਤੂੰ ਇਕੱਲਾ ਰਹਿਣਾ ਚਾਹੁੰਦਾ ਇਕੱਲਾ ਹੋ ਜਾਂਦਾ ਹੈ। ਸਾਰਾ ਸਮੇਟਿਆ ਜਾਂਦਾ ਹੈ। ਜਾਦੂਗਰ ਦਾ ਤਮਾਸ਼ਾ। ਵੀਰ ਜੀ ਹਾਂਜੀ ਆਹ ਜਿਹੜਾ ਆਪਾਂ ਕਰਕੇ ਹਟੇ ਆ ਜੀ, ਹਾਂਜੀ ਹਾਂਜੀ ਤੀਸਰਾ ਵਰਡ ਜਿਹੜਾ ਹਾਂਜੀ ਹਾਂਜੀ ਸਹਿਜ ਕਰਾ ਏਕ ਆਕਾਸ਼। ਘਟਾ ਦਾ ਮਤਲਬ ਸਾਰੇ ਆਕਾਰ ਜੀ। ਬਿਲਕੁਲ ਉਹੀ ਕਿਹਾ ਅਸੀਂ ਵੀ ਤਾਂ ਉਹੀ ਕਿਹਾ ਹੈ।
नहीं हाँ मतलब सारे जिन्ने भी आकार हैगे ਉਹਦੇ ਵਿੱਚ ਮੈਂ ਏਕ ਆਕਾਸ਼ परमात्मा ही ਅਸੀਂ हाँ ਆਮ ਤੌਰ ਤੇ ਕਹਿੰਦੇ ਹੁੰਦੇ ਆ ਜੀ ਕਿ ਜਿਹੜੇ ਪੰਜ ਤੱਤ ਹੈਗੇ ਆ ਉਹਨਾਂ 'ਚ ਇੱਕ ਆਕਾਸ਼ ਤੱਤ ਆ ਜੀ। ਆਕਾਸ਼ ਨੂੰ ਅਸੀਂ ਸਪੇਸ ਕਹਿੰਦੇ ਹੁੰਦੇ ਆ ਜੀ, ਵੀ ਖਾਲੀ ਜਗ੍ਹਾ। ਪਰ ਇੱਥੇ ਪਤਾ ਲੱਗਦਾ ਵੀ ਉਹ ਆਕਾਸ਼ ਦਾ ਮਤਲਬ ਖਾਲੀ ਜਗ੍ਹਾ ਨਹੀਂ ਹੈ, ਖਾਲੀ ਜਗ੍ਹਾ ਹੈ ਹੀ ਨਹੀਂ ਕੋਈ ਐਕਚੁਅਲੀ। ਉਹ ਵੀ ਮਤਲਬ ਸੁਣ ਕਹਿ ਸਕਦੇ ਆ ਜਾਂ ਚੇਤਨਾ ਕਹਿ ਸਕਦੇ ਆ। ਹਾਂ ਵੀਰ ਜੀ, ਉਹਨੂੰ ਮਹਾਰਾਜ ਕਹਿੰਦੀ ਬਾਣੀ ਨੇ ਕਿਹਾ, ਦੇਖੋ ਨੂਰ ਕਹਿੰਦੀ ਹੈ ਬਾਣੀ, ਖਾਕ ਨੂਰ ਕਰਦੰ ਨੂਰ। ਹਾਂ ਬਿਲਕੁਲ। ਤੇ ਪਤਾ ਨੀ ਮੈਂ ਤਾਂ ਇਹ ਸਮਝਦਾ ਸੀ ਕਿ ਜਿਵੇਂ ਮਿੱਟੀ, ਪਾਣੀ, ਅੱਗ ਤੇ ਧਰਤੀ, ਆਕਾਸ਼। ਧਰਤੀ ਤੇ ਆਕਾਸ਼, ਹਵਾ ਮਤਲਬ ਸਪੇਸ, ਖਾਲੀ ਜਗ੍ਹਾ। ਹਾਂਜੀ ਹਾਂਜੀ, ਇਹਦੇ ਚ ਕਾਰ ਆਇਆ ਜੀ। ਹਾਂਜੀ, ਉਹ ਮਤਲਬ ਖਾਲੀ ਜਗ੍ਹਾ ਨਹੀਂ, ਉਹ ਸੁਣ ਆ ਜੀ, ਪ੍ਰਮਾਤਮਾ ਜਾਨੀ ਚੇਤਨਾ ਪ੍ਰਮਾਤਮਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਮਤਲਬ ਹਰ ਇੱਕ ਕਾਰ ਦੇ ਵਿੱਚ ਉਹ ਚੇਤਨਾ ਹੈ ਜੀ, ਚੇਤਨਾ। ਬਿਲਕੁਲ ਸਹੀ ਹੈ ਜੀ। ਆਕਾਰ ਦੇ ਵਿੱਚ ਹਾਂ, ਆਕਾਰ ਦੇ ਵਿੱਚ ਵੀ ਹੈ, ਬਾਹਰ ਵੀ ਹੈਗਾ, ਹਰ ਜਗ੍ਹਾ ਤੇ ਚੇਤਨਾ ਜਿਹੜੀ ਹੈਗੀ ਉਹ ਤਾਂ ਆਕਾਰ ਦੇ ਵਿੱਚੋਂ ਦੀ ਪਾਸ ਹੋ ਜਾਂਦੀ ਹੈ ਚੇਤਨਾ। ਮੇਰੇ ਵਾਸਤੇ ਨਵੀਂ ਗੱਲ ਆਈ ਹੈ। ਨਹੀਂ ਵੀਰ ਜੀ, ਵਧੀਆ, ਬਹੁਤ ਵਧੀਆ ਗੱਲ ਹੈ। ਸਾਡੇ ਵਾਸਤੇ ਵੀ ਨਵੀਂ ਹੈ ਜੀ। ਇਹ ਹਰ ਜਗ੍ਹਾ ਹੈ ਹੀ। ਆਕਾਸ਼ ਨੂੰ ਮਤਲਬ ਸਮਝਦੇ ਸੀ ਵੀ ਖਾਲੀ ਜਗ੍ਹਾ ਹੈਗੀ, ਕੋਈ ਸਪੇਸ ਚਾਹੀਦੀ ਆ ਉਹਦੇ। ਆਮ ਕਹਿੰਦੇ ਸੀ ਵੀ ਇਹ ਚੀਜ਼ ਵਾਸਤੇ, ਰੱਖਣ ਵਾਸਤੇ ਕੋਈ ਜਗ੍ਹਾ ਤਾਂ ਚਾਹੀਦੀ ਹੈ, ਸਪੇਸ। ਉਹ ਜਗ੍ਹਾ ਉਹ ਮਾਲਕ ਪਰਮਾਤਮਾ ਹੀ ਹੈ। ਉਹ ਜਗ੍ਹਾ ਮਤਲਬ ਚੇਤਨਾ ਜੀ। ਹਾਂ ਬਿਲਕੁਲ ਸਹੀ। ਖਾਲੀ ਜਗ੍ਹਾ ਕੋਈ ਨਹੀਂ ਹੈਗੀ। ਹਾਂ, ਸੁਣਨ ਚ ਵੀ ਹਰ ਜਗ੍ਹਾ ਉਹੀ ਆ ਜੀ, ਮਤਲਬ ਉਹ ਚੇਤਨਾ ਇਹਨੂੰ ਕਹਾਂਗੇ ਨਾ ਜੀ। ਤੇ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਵੀ ਹਰੇਕ ਚੀਜ਼ ਜਿਉਂਦੀ ਹੈਗੀ ਆ, ਲਾਈਵ ਆ। ਬਿਲਕੁਲ। ਉਹ ਕਿਉਂਕਿ ਹਰੇਕ ਚੀਜ਼ ਵਿੱਚ ਚੇਤਨਾ, ਆਕਾਸ਼ ਆ, ਸੁਣਨਾ। ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ, ਬਹੁਤ ਵਧੀਆ। ਭਾਜੀ ਕਹਿਣ ਦਾ ਮਤਲਬ ਕਿ ਸਪੇਸ ਜਿਹੜਾ ਆ, ਸੁਣ ਆ, ਮਤਲਬ ਹਰ ਜਿੱਦਾਂ ਹੁਣ ਧਰਤੀ ਆ, ਮਿੱਟੀ ਆ, ਉਹਦੇ ਵਿੱਚ ਵੀ ਮਤਲਬ ਸਪੇਸ ਕਿੱਦਾਂ, ਮਤਲਬ ਸਪੇਸ ਕੀ ਕਹਿੰਦੇ ਨੇ, ਸੁਣ ਤਾਂ ਮਤਲਬ ਸਮਝ ਲੱਗਦਾ ਆ। ਨਹੀਂ ਉਹਦੇ ਵਿੱਚ ਵੀ ਜਿਹੜਾ ਹੈਗਾ ਉਸੇ ਮਾਲਕ ਪਰਮਾਤਮਾ ਦੀ ਚੇਤਨਾ ਸ਼ਕਤੀ ਹੈ। ਉਹ ਸ਼ਕਤੀ ਦੇ ਨਾਲ ਹੀ ਜਿਹੜਾ ਹੈਗਾ ਉਹ ਮਿੱਟੀ ਮੁੱਟੀ ਜੋ ਵੀ ਆਪਾਂ ਨੂੰ ਨਜ਼ਰ ਆ ਰਹੀ ਹੈ ਉਹ ਬਣੀ ਹੋਈ ਹੈ। ਉਹੀ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਜਿਹੜੇ ਹੈਗੇ ਹੈ ਕੀ ਚੀਜ਼। ਹਾਂ ਮਤਲਬ ਉਹ ਤਾਂ ਭਾਜੀ ਮਤਲਬ ਇਹ ਵੀ ਦੇਖ ਚੁੱਕੇ ਆ ਕਿ ਹਰ ਚੀਜ਼ ਦੇ ਵਿੱਚ ਜਾਨ ਆ, ਪੱਥਰ ਤੋਂ ਲੈ ਕੇ ਮਤਲਬ ਬਨਸਪਤੀ ਤੋਂ ਲੈ ਕੇ ਮਤਲਬ ਸਭ ਦੇ ਵਿੱਚ ਜਾਨ ਆ। ਹਾਂਜੀ, ਮਤਲਬ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਉਹਨਾਂ 'ਚ ਕੰਮ ਕਰਦੇ ਆ। ਤੇ ਮਤਲਬ ਚੇਤਨਾ ਜਿਹੜੀ ਮਤਲਬ ਪਰਮਾਤਮਾ, ਉਹਦੇ ਵਿੱਚ ਸਭ ਦੇ ਵਿੱਚ ਉਹ ਪਰਮਾਤਮਾ, ਈਵਨ ਹਜ਼ਾਰਾਂ ਸਾਲ ਪੱਥਰ ਪਿਆ ਆ ਪਰ ਉਹਦੇ ਵਿੱਚ ਵੀ ਪਰਮਾਤਮਾ ਆ। ਬਿਲਕੁਲ, ਉਹਦੇ ਵਿੱਚ ਹੀ ਹੈ। ਹਾਂ ਜੀ, ਖਾਲੀ ਜਗ੍ਹਾ 'ਚ ਵੀ ਉਹੀ ਆ। ਹਾਂ ਖਾਲੀ ਜਗ੍ਹਾ 'ਚ ਵੀ ਉਹੀ ਹੈ। ਸਪੇਸ ਹੈ ਨਾ ਜੀ, ਸਪੇਸ ਹੀ ਪਰਮੇਸ਼ਰ ਹੈ ਜੀ, ਉਹੀ ਸਪੇਸ ਵੀ ਪਰਮੇਸ਼ਰ ਕਿਹਾ ਜਾਂਦਾ। ਸਪੇਸ ਵੀ ਹੈ, ਖਲਾ ਮਤਲਬ ਜਿਹੜਾ ਦਿਸਦਾ ਖਾਲੀ, ਮਤਲਬ ਸਾਡੀਆਂ ਅੱਖਾਂ ਨਾਲ ਤੇ ਖਾਲੀ ਦਿਸਦਾ, ਜਿਹੜਾ ਭਰਿਆ ਹੋਇਆ ਦਿਸ ਰਿਹਾ ਆ ਭਾਈ ਸਾਹਿਬ, ਉਹ ਭਰਿਆ ਹੋਇਆ ਵੀ ਉਹੀ ਹੈਗਾ ਤੇ ਖਾਲੀ ਵੀ ਉਹੀ ਹੈਗਾ, ਉਸ ਤੋਂ ਇਲਾਵਾ ਕੁਛ ਹੈ ਹੀ ਨਹੀਂ ਹੈ ਬਸ। ਖਾਲੀ ਤਾਂ ਕਹੀਏ ਨਾ ਜੀ। ਹਾਂਜੀ, ਆਪਾਂ ਕਹਿੰਦੇ ਸੁਣ ਚਲਾ ਗਿਆ ਖਾਲੀ ਜਗ੍ਹਾ, ਉਹ ਚੇਤਨਾ 'ਚ ਗਿਆ, ਪਰਮਾਤਮਾ 'ਚ ਗਿਆ। ਬਿਲਕੁਲ। ਮਤਲਬ ਬਾਜੀਗਰ ਹੈ ਜੀ, ਉਹਦਾ ਖੇਡ ਆ, ਐਵਰੀ ਕੰਟਰੋਲ ਇਨ ਹਿਜ਼ ਹੈਂਡ ਜੀ, ਸਿੰਪਲ ਜੀ ਗੱਲ ਹੈ ਬਸ। ਵਾਹਿਗੁਰੂ ਜੀ, ਜਿਹੜੀ ਖਾਲੀ ਜਗ੍ਹਾ ਨਾ ਜਿਹਨੂੰ ਆਪਾਂ ਸੁਣ ਕਹਿੰਦੇ ਹੈਗੇ ਆ, ਤੇ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲੈਂਦੇ ਹੈਗੇ ਆ, ਉਹ ਸਿੱਧਾ ਹੀ ਕਹਿੰਦੇ ਹੈਗੇ ਨੇ, ਉਹ ਕਹਿੰਦੇ ਕਿ ਪੌਣ, ਪਾਣੀ, ਅਗਨੀ, ਬਸਰਾਹੋ ਤਹੀਂ ਨਿਰੰਜਨ ਸੱਚਾ। ਇਹ ਤਿੰਨਾਂ ਜਿਹੜਾ ਹੈਗਾ ਇਹਨਾਂ ਤੋਂ ਉੱਪਰ ਉੱਠ ਖੜੇ ਜਿਸ ਵੇਲੇ, ਤਾਂ ਫਿਰ ਉਹ ਖਾਲੀ ਜਗ੍ਹਾ ਆ, ਉੱਥੇ ਹੀ ਉਹ ਆ। ਇਸ ਕਰਕੇ ਖਾਲੀ ਜਗ੍ਹਾ ਨਹੀਂ ਹੈਗਾ। ਜਿਵੇਂ ਵੀਰ ਜੀ ਵੀ ਦੱਸ ਰਹੇ ਨੇ ਸਾਰੇ ਜਾਣੇ, ਬਹੁਤ ਵਧੀਆ ਗੱਲ ਆ, ਵਿਚਾਰ ਹੋ ਰਹੀ ਕਿ ਜਿਹੜਾ ਅਸਲ ਵਿੱਚ ਪਰਮਾਤਮਾ ਤੇ ਸਾਰੇ ਥਾਵਾਂ ਤੇ ਆ, ਪਰ ਉਹ ਜਿੱਥੇ ਬਾਕੀ ਦੇ ਆਕਾਰਾਂ ਦੇ ਵਿੱਚ ਅਸੀਂ ਰਹਿ ਰਹੇ ਹੈਗੇ ਆ, ਉਹ ਸਾਡਾ ਵੱਖਰਾ ਜਿਹੜਾ ਹੈਗਾ ਆ ਕਿ ਅਸੀਂ ਉਹਨਾਂ ਵਿੱਚ ਆਪ ਹੀ ਰਹਿ ਰਹੇ ਹੈਗੇ ਆ। ਬਣਾਉਣ ਵਾਲਾ ਵੀ ਇਸ ਜਗ੍ਹਾ ਨੂੰ ਵੀ ਉਹੀ ਆ ਤੇ ਉਹ ਵੀ ਉਹੀ ਆ, ਪਰ ਸੁਣਨ ਦੇ ਵਿੱਚ ਸਾਨੂੰ ਜਾਣਾ ਤਾਂ ਪੈਣਾ ਹੀ ਹੈਗਾ ਜੀ। ਸੁਣ ਸਾਡੇ ਨਾਲ ਬਾਹਰ ਆ, ਸਾਡੇ ਅੰਦਰ ਦਾ ਵੀ ਹੈਗੀ ਆ ਤੇ ਬਾਹਰ ਵੀ ਹੈਗੀ ਆ। ਇਸ ਕਰਕੇ ਸਾਨੂੰ ਇਹ ਜਿਹੜਾ ਸੁਣਨ ਵਾਲੀ ਗੱਲ ਦੱਸਦੇ ਹੁੰਦੇ ਵੀਰ ਜੀ, ਉਹ ਗੱਲ ਹੀ ਆ ਸਾਰੀ ਜੀ। ਬਹੁਤ ਮਿਹਰਬਾਨੀ। ਇਹ ਜਿਹੜਾ ਭਰਮ ਹੈਗਾ, ਸਿਰਫ ਭਰਮ ਪਾਇਆ ਹੋਇਆ ਮਾਲਕ ਨੇ। ਬਲਵਿੰਦਰ ਕੌਰ ਜੀ, ਤੁਸੀਂ ਕਿਸ ਕਹਿਣਾ ਚਾਹੁੰਦੇ ਹੋ? ਆਪਣੇ ਜਿਸ ਤਰ੍ਹਾਂ, ਮੈਂ ਤਾਂ ਥੋੜੀ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦੀ ਹਾਂ। ਜਿਸ ਤਰ੍ਹਾਂ ਕਿ ਸਮੁੰਦਰ ਦੇ ਵਿੱਚ ਆਪਣੇ ਫਿਸ਼ ਨੇ,
ਮੱਛੀਆਂ ਨੇ, ਜਾਨਵਰ ਨੇ, ਜੇ ਉਹ ਕਹਿਣ ਅਸੀਂ ਸਾਨੂੰ ਪਾਣੀ ਚਾਹੀਦਾ ਵੀ ਸਾਨੂੰ ਜਲ ਦਿਖਾਓ ਕਿੱਥੇ ਆ ਜਿਹਦੇ ਚ ਅਸੀਂ ਆਪਣਾ ਵੀ ਉਹੀ ਚੀਜ਼ ਆਪਾਂ ਬੈਠੀ ਬ੍ਰਹਮ ਚ ਆ। ਸੋ ਜਿਵੇਂ ਫਿਸ਼ ਕਹਿ ਰਹੀ ਹੈ ਕਿ ਮੈਂ ਜਲ ਦੇਖਣਾ ਕਿਵੇਂ ਕਿੱਥੇ ਆ ਕਿਵੇਂ ਆ, ਹਨਾ, ਜੇ ਤੁਰੀ ਤਰਦੀ ਆ ਉਹਨੂੰ, ਉਸੇ ਤਰ੍ਹਾਂ ਆਪਾਂ ਵੀ ਬ੍ਰਹਮ ਚ ਆ। ਬਸ ਉਹੀ ਮਹਿਸੂਸ ਕਰਨਾ ਆਪਾਂ ਨੇ ਉਦਾਹਰਨ ਦੇ ਤੌਰ ਤੇ। ਹਾਂਜੀ ਹਾਂਜੀ, ਸਾਰਾ ਕੁਛ ਹੈ ਹੀ, ਜੋ ਕੁਛ ਵੀ ਹੈਗਾ ਨਾ, ਜੋ ਦਿਸ ਰਿਹਾ ਨਹੀਂ ਦਿਸ ਰਿਹਾ, ਬਸ ਸਮਝ ਲਓ ਵੀ ਸਾਰਾ ਕੁਛ ਹੀ ਮਾਲਕ ਪਰਮਾਤਮਾ ਆਪ ਹੈਗਾ। ਔਰ ਜੋ ਦਿਸ ਰਿਹਾ ਆਪਾਂ ਨੂੰ ਡਿਫਰੈਂਟ ਨਜ਼ਰ ਆ ਰਿਹਾ, ਉਹ ਉਹਦਾ ਭਰਮ ਹੈਗਾ, ਉਹ ਧੋਖਾ ਹੈਗਾ। ਉਹ ਜਦ ਤੱਕ ਧੋਖਾ ਰਹੂਗਾ ਤਦ ਤੱਕ ਆਪਾਂ ਇਸੇ ਤਰੀਕੇ ਨਾਲ ਗਤੀ ਕਰਦੇ ਰਹਾਂਗੇ। ਜਦ ਜਿਹੜਾ ਹੈਗਾ ਇਹ ਧੋਖੇ ਨੂੰ ਬੁੱਝ ਲਵਾਂਗੇ ਆਪਾਂ ਤੇ ਆਪਾਂ ਸਾਹਮਣੇ ਦੇਖ ਰਹੇ ਆ, ਉਹਦੇ ਵਿੱਚ ਸਪੇਸ ਹੁੰਦਾ, ਸਪੇਸ ਬਣਦਾ ਨਾ, ਕੋਈ ਵੀ ਚੀਜ਼ ਆਪਾਂ ਦੇਖਦੇ ਆ ਵਿਚਾਲੇ ਸਪੇਸ ਹੁੰਦਾ, ਉਹ ਖਾਲੀ ਨਹੀਂ ਹੁੰਦਾ, ਪਰ ਉਹ ਬ੍ਰਹਮ ਦੇ ਵਿੱਚ ਹੀ ਆ ਆਪਾਂ। ਸੂਹੀ ਮਹਲਾ ਪੰਜਵਾਂ, ਕੀਤਾ ਲੋੜੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਜੋ ਮਾਲਕ ਜਿਹੜਾ ਹੈਗਾ, ਜੋ ਮਾਲਕ ਚਾਹੁੰਦਾ ਹੈ, ਜੋ ਵੀ ਕਰਨਾ ਚਾਹੁੰਦਾ ਹੈ ਉਹੀ ਹੋ ਜਾਂਦਾ ਹੈ ਭਾਈ। ਉਸ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ। ਤੁਝ ਬਿਨ ਦੂਜਾ ਨਾਹੀ ਕੋਏ, ਉਸ ਤੋਂ ਇਲਾਵਾ ਕੋਈ ਦੂਸਰਾ ਹੈ ਹੀ ਨਹੀਂ ਹੈ। ਦੂਸਰਾ ਨਾਮ ਦੀ ਚੀਜ਼ ਤਾਂ ਹੈ ਹੀ ਨਹੀਂ ਕੋਈ ਭਾਈ। ਇੱਕ ਮਾਲਕ ਪਰਮਾਤਮਾ ਹੈਗਾ, ਤੁਝ ਬਿਨ ਦੂਜਾ ਨਾਹੀ ਕੋਏ। ਬਸ ਆ ਹੈਗੀ ਮੇਨ ਜਿਹੜੀ ਹੈਗੀ ਆਪਣੀ ਫੜਨ ਵਾਲੀ ਚੀਜ਼। ਜਦ ਆਪਾਂ ਉਸ ਤੋਂ ਇਲਾਵਾ ਕੋਈ ਨਹੀਂ ਹੈਗਾ ਤੇ ਫਿਰ ਆਪਾਂ ਜਿਹੜੇ ਹੈਗੇ ਕਿਸ ਤਰ੍ਹਾਂ ਨੈਗੇਟਿਵ ਕਿਸੇ ਨੂੰ ਨੈਗੇਟਿਵ ਗਿਣਾਂਗੇ, ਕਿਸੇ ਨੂੰ ਪੋਜ਼ੀਟਿਵ ਗਿਣ ਲਾਂਗੇ, ਔਰ ਆਪਣੇ ਆਪ ਨੂੰ ਜ਼ਿਆਦਾ ਆਪਾਂ ਆਪਣੇ ਆਪ ਨੂੰ ਜ਼ਿਆਦਾ ਇੰਪੋਰਟੈਂਸ ਦੇ ਦਾਂਗੇ। ਇਹ ਕਿਵੇਂ ਹੋ ਜਾਏਗਾ ਫਿਰ? ਜੇ ਤੁਝ ਬਿਨ ਦੂਜਾ ਨਾਹੀ ਕੋਏ, ਕੀਤਾ ਲੋੜੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੈ ਤਿਸ ਪੂਰਨ ਕਾਜ। ਜਿਹੜਾ ਵੀ ਉਸ ਮਾਲਕ ਪਰਮਾਤਮਾ ਨੂੰ ਸੇਵਦਾ ਆ, ਜੋ ਜਨ ਸੇਵੈ ਤਿਸ ਪੂਰਨ ਕਾਜ, ਉਹਦੇ ਕੰਮ ਪੂਰੇ ਹੋ ਜਾਂਦੇ ਆ। ਮਾਲਕ ਪਰਮਾਤਮਾ ਨੇ ਆਹੀ ਗੇਮ ਪਾਈ ਹੋਈ ਹੈ। ਜਿਹੜਾ ਉਹ ਮਾਲਕ ਪਰਮਾਤਮਾ ਨੂੰ ਚਾਹੁੰਦਾ ਹੈ, ਇਹ ਭਰਮ ਤੋਂ ਬਾਹਰ ਆਉਣਾ ਚਾਹੁੰਦਾ ਹੈ, ਇਹ ਹੈ ਸੇਵਾ। ਜੋ ਜਨ ਸੇਵੈ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਹੇ ਮਾਲਕਾ, ਤੂੰ ਆਪਣੇ ਦਾਸ ਦੀ ਲਾਜ ਰੱਖ। ਤੇਰੀ ਸ਼ਰਨ ਪੂਰਨ ਦਿਆਲਾ, ਤੁਝ ਬਿਨ ਕਵਨ ਕਰੇ ਪ੍ਰਤੀਪਾਲਾ ਰਹਾਓ। ਹੇ ਮੇਰੇ ਮਾਲਕਾ, ਮੈਂ ਤੇਰੀ ਸ਼ਰਨ ਦੇ ਵਿੱਚ ਹਾਂ। ਤੂੰ ਪੂਰਾ ਹੈਗਾ ਔਰ ਦਿਆਲ ਹੈਗਾ। ਤੇਰੇ ਤੋਂ ਇਲਾਵਾ ਮੈਨੂੰ ਜਿਹੜਾ ਹੈਗਾ ਇਹ ਗੇਮ 'ਚੋਂ, ਇਹ ਭਰਮ 'ਚੋਂ ਕੌਣ ਜਿਹੜਾ ਹੈਗਾ ਬਾਹਰ ਕੱਢ ਸਕਦਾ ਹੈ? ਔਰ ਤੇਰੇ ਤੋਂ ਇਲਾਵਾ ਮੈਨੂੰ ਕੌਣ ਪਾਲ ਰਿਹਾ ਹੈ? ਰਹਾਓ। ਜਲ ਥਲ ਮਹੀਲ ਰਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ ਉਹ ਮਾਲਕ ਪਰਮਾਤਮਾ ਭਰਪੂਰ ਹੈਗਾ। ਤਾਂ ਹੀ ਤਾਂ ਬਾਣੀ ਬਾਰ ਭਰਪੂਰ ਵਰਡ ਕਹਿੰਦੀ ਹੈ ਹਰ ਜਗ੍ਹਾ 'ਤੇ। ਤਾਂ ਹੀ ਕਹਿੰਦੀ ਹੈ ਬਈ ਥਾਨ ਥਨੰਤਰ ਰਹਾ ਭਰਪੂਰ। ਜਲ ਥਲ ਮਹੀਲ ਰਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਬਿਲਕੁਲ ਨੇੜੇ ਵਸ ਰਿਹਾ ਆ, ਉਹਦੇ ਵਿੱਚ ਹੀ ਹੈਗੇ ਆਪਾਂ, ਦੂਰ ਤਾਂ ਹੈ ਹੀ ਨਹੀਂ ਉਹ ਮਾਲਕ ਪਰਮਾਤਮਾ। ਲੋਕ ਪਤਿਆਰੇ ਕਛੂ ਨਾ ਪਾਈਐ, ਸਾਚ ਲਗੈ ਤਾਂ ਹਉਮੈ ਜਾਈਏ। ਬਸ ਆ ਇੱਕ ਬਹੁਤ ਹੀ ਜਿਹੜੀ ਹੈਗੀ ਆ ਖਤਰਨਾਕ ਜਿਹੜੀ ਹੈਗੀ ਬਿਮਾਰੀ ਹੈਗੀ। ਆਪਾਂ ਲੋਕਾਂ ਨੂੰ, ਆਪਣੇ ਆਪ ਨੂੰ ਜਿਹੜਾ ਹੈਗਾ, ਆਪਣਾ ਜਿਹੜਾ ਹੈਗਾ ਦੱਸਣਾ ਚਾਹੁੰਦੇ ਹਾਂ, ਲੋਕਾਂ ਦੇ ਉੱਤੇ ਪ੍ਰਭਾਵ ਪਾਉਣਾ ਚਾਹੁੰਦੇ ਹਾਂ ਆਪਾਂ ਵੀ ਅਸੀਂ ਵੀ ਕੁਛ ਹੈਗੇ ਹਾਂ, ਅਸੀਂ ਵੀ ਗਿਆਨੀ ਧਿਆਨੀ, ਸਾਡਾ ਵੀ ਹੈਗਾ ਕੁਛ, ਸਾਡੇ ਕੋਲ ਵੀ ਕੁਛ ਹੈਗਾ। ਕਹਿੰਦੇ ਇਹਦੇ ਨਾਲ ਕੁਛ ਨਹੀਂ ਹੋਣਾ ਭਾਈ। ਲੋਕ ਪਤਿਆਰੇ ਕਛੂ ਨਾ ਪਾਈਏ, ਕੁਛ ਵੀ ਨਹੀਂ ਪਾਇਆ ਜਾ ਸਕਦਾ ਜਦ ਤੱਕ ਆਪਾਂ ਸੱਚ ਦੇ ਨਾਲ ਨਹੀਂ ਜੁੜਦੇ। ਸੱਚ ਦੇ ਨਾਲ ਨਹੀਂ ਜੁੜਦੇ। ਸਾਚ ਲਗੇ ਤਾਂ ਹਉਮੈ ਜਾਈਏ। ਉਹ ਮਾਲਕ ਪਰਮਾਤਮਾ ਦੇ ਨਾਲ ਜੁੜਾਂਗੇ ਤਾਂ ਜਿਹੜੀ ਹਉਮੈ ਜਾਏਗੀ। ਸੱਚ ਹੈਗਾ ਇੱਕ, ਬਸ ਸਾਚ ਲਗੇ ਤਾਂ ਹਉਮੈ ਜਾਈਏ। ਜਿਸਨੂੰ ਲਾਏ ਲਏ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਜਿਹਨੂੰ ਵੀ ਹੁਣ ਇਹ ਵੀ
ਇਹ ਵੀ ਲਾਉਣ ਵਾਲੀ ਗੱਲ, ਇਹ ਵੀ ਮਾਲਕ ਨੇ ਲਾਉਣਾ ਹੈ ਭਾਈ। ਆਪਾਂ ਨੇ ਤਾਂ ਡਿਮਾਂਡ ਕਰਨੀ ਹੈ ਸਿਰਫ, ਬਈ ਕੀ ਚਾਹੁੰਦੇ ਆਪਾਂ, ਕਿੱਧਰ ਨੂੰ ਚਾਹੁੰਦੇ ਆ, ਕਿ ਆਪਾਂ ਭਰਮ ਦੇ ਵਿੱਚ ਹੀ ਜਿਹੜਾ ਜੀਵਨ ਚਾਹੁੰਦੇ ਆ, ਭਰਮ ਹੀ ਚਾਹੁੰਦੇ ਆ, ਇਹ ਸਵਾਦ ਦੁਨੀਆ ਦੇ ਪਦਾਰਥ, ਜਾਂ ਆਪਾਂ ਜਿਹੜੇ ਹੈਗੇ ਉਹ ਮਦਾਰੀ ਨੂੰ ਮਿਲਣਾ ਚਾਹੁੰਦੇ ਆ। ਜਿਸਨੂੰ ਲਾਏ ਲਾਏ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਬਸ ਉਹਨੂੰ ਲਾਉਣਾ ਮਾਲਕ ਨੇ ਹੈ, ਗਿਆਨ ਦੇਣਾ ਮਾਲਕ ਨੇ ਹੈ, ਉਹਦੇ ਅੰਦਰ ਜਿਹੜਾ ਹੈਗਾ ਗਿਆਨ ਆ ਜਾਂਦਾ ਹੈ ਭਾਈ। ਜਿਹੜਾ ਜਿੱਧਰ ਨੂੰ ਚੱਲਣਾ ਚਾਹੁੰਦਾ ਹੈ ਮਾਲਕ ਉੱਧਰ ਨੂੰ ਗਿਆਨ ਦਿੰਦਾ ਹੈ। ਫਿਰ ਜਿਹੜਾ ਹੈਗਾ ਗਿਆਨ ਆ ਗਿਆ ਤੇ ਫਿਰ ਉਹ ਗੁਰੂ ਮਿਲ ਗਿਆ, ਗੁਰੂ ਨੇ ਗਿਆਨ ਦੇ ਦਿੱਤਾ ਤੇ ਫਿਰ ਉਸ ਦੇ ਅਨੁਸਾਰ ਜਿਹੜਾ ਹੈਗਾ ਫਿਰ ਇਨਸਾਨ ਲੱਗ ਜਾਂਦਾ ਹੈ ਜਾਂ ਆਪਣੇ ਆਪ ਨੂੰ ਜਿਹੜਾ ਹੈਗਾ ਸੋਧਣ ਵਾਸਤੇ। ਦੁਰਮਤ ਜਾਏ ਪਰਮ ਪਦ ਪਾਏ। ਜਦ ਤੱਕ ਦੁਰਮਤ ਨਹੀਂ ਜਾਂਦੀ, ਭੈੜੀ ਮਤ ਨਹੀਂ ਜਾਂਦੀ, ਡੁਐਲਿਟੀ ਨਹੀਂ ਜਾਂਦੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਨਹੀਂ ਜਿਹੜੇ ਹੈਗੇ ਜਿੱਤੇ ਜਾਂਦੇ, ਇਹ ਗਿਆਨ ਇੰਦਰੀਆਂ ਜਿਹੜੀਆਂ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਨਹੀਂ ਜਿਹੜੀਆਂ ਹੈਗੀਆਂ ਧਨ ਦੇ ਕੰਟਰੋਲ 'ਚ ਆਉਂਦੀਆਂ, ਆਪਣੇ ਜੀਵ ਇਸਤਰੀ ਦੇ ਕੰਟਰੋਲ 'ਚ ਨਹੀਂ ਆਉਂਦੀਆਂ। ਇਹ ਘਰ ਜਦ ਤੱਕ ਆਪਣੇ ਕੰਟਰੋਲ 'ਚ ਨਹੀਂ ਆਉਂਦਾ ਤਦ ਤੱਕ ਨਹੀਂ ਗੱਲ ਬਣਨੀ। ਦੁਰਮਤ ਜਾਏ ਪਰਮ ਪਦ ਪਾਏ, ਤਾਂ ਪਰਮ ਪਦ ਮਿਲਦਾ ਹੈ, ਸਭ ਤੋਂ ਉੱਚੀ ਅਵਸਥਾ ਗੇਮ 'ਚੋਂ ਬਾਹਰ। ਇਹਦੇ ਵਾਸਤੇ ਕੀ ਕਰਨਾ ਹੈ? ਗੁਰ ਪ੍ਰਸਾਦੀ ਨਾਮ ਧਿਆਏ। ਆਇਆ ਗੁਰੂ ਦਾ ਪ੍ਰਸਾਦ ਔਰ ਡਾਇਰੈਕਸ਼ਨ ਨਿਕਲਣਾ ਹੈ ਭਾਈ, ਤੇ ਧਿਆਨ ਦੇ ਵਿੱਚ ਚਲੇ ਜਾ। ਮਾਲਕ ਦਾ ਧਿਆਨ ਕਰ ਲਾ, ਆਪਣੇ ਆਪ ਦਾ ਧਿਆਨ ਕਰ ਲਾ, ਆਪਣੀ ਆਤਮਾ ਦਾ, ਤੇ ਬੰਦ ਹੋ ਜਾਣਗੇ ਵਿਚਾਰ। ਨਹੀਂ ਤਾਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹਨਾਂ ਨੇ ਆਪਣੀ ਮੰਜੀ ਠੋਕੀ ਜਾਣੀ ਹੈ। ਜਦ ਤੱਕ ਧਿਆਨ ਸਿਮਰਨ ਨਹੀਂ ਕਰਦੇ ਭਾਈ, ਗਿਆਨ ਜਿਹੜਾ ਹੈਗਾ ਗਿਆਨ ਦੇ ਨਾਲ ਆਪਾਂ ਜਦ ਤੱਕ ਹੁਣ ਗਿਆਨ ਦੇ ਵਿੱਚ ਆ, ਬਿਲਕੁਲ ਆਪਾਂ ਤਾਂ ਬਿਲਕੁਲ ਬਣੇ ਹੋਏ ਆ, ਬਿਲਕੁਲ ਬ੍ਰਹਮ ਗਿਆਨੀ। ਔਰ ਜਦ ਆਪਾਂ ਜਿਹੜੇ ਹੈਗੇ ਇਸ ਤੋਂ ਬਾਹਰ ਉੱਠਾਂਗੇ ਵਾਪਸ, ਫਿਰ ਉੱਥੇ ਦੇ ਉੱਤੇ ਗੱਡੀ ਉੱਥੇ ਸ਼ੁਰੂ ਹੋ ਜਾਂਦੀ ਹੈ ਵਾਪਸ। ਇਹਦੇ ਵਾਸਤੇ ਜਿਹੜਾ ਹੈਗਾ ਗੁਰੂ ਦਾ ਪ੍ਰਸਾਦ ਲੈਣਾ ਜ਼ਰੂਰੀ ਹੈਗਾ, ਧਿਆਨ ਜ਼ਰੂਰੀ ਹੈਗਾ ਭਾਈ। ਇਹਨੂੰ ਜਿਹੜਾ ਹੈਗਾ ਇਹਨੂੰ ਭਰਮ ਨੂੰ ਦੂਰ ਕਰਨ ਵਾਸਤੇ, ਇਹ ਦੁਰਮਤ ਜਿਹੜੀ ਹੈਗੀ, ਇਹ ਭੈੜੀ ਮੱਤ ਜਿਹੜੀ ਹੈਗੀ ਆ, ਜਿਹੜੀ ਆਪਣੇ 'ਤੇ ਛਾਈ ਹੋਈ ਹੈ, ਜਿਹੜੀ ਆ ਜਿਹਦੇ ਅਧੀਨ ਹੋ ਕੇ ਜਿਹੜੇ ਹੈਗਾ ਆਪਾਂ ਇਹ ਗੁਲਾਮ ਹੋ ਜਾਂਦੇ ਹਾਂ ਗਿਆਨ ਇੰਦਰੀਆਂ ਦੇ ਕਰਮ ਇੰਦਰੀਆਂ ਦੇ। ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਇਹ ਤਾਂ ਹੀ ਜਾ ਸਕਦੀ ਹੈ ਜੇ ਆਪਾਂ ਧਿਆਨ ਸਿਮਰਨ ਕਰਦੇ ਹਾਂ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਕਹਿੰਦੇ ਦੋਨੋਂ ਹੱਥ ਜੋੜ ਕੇ ਅਰਦਾਸ ਹੈ ਆਪਣਾ। ਆਪਣੇ ਕੋਲ ਹੱਥ ਕਿਹੜੇ ਹੈਗੇ? ਆਪਣੇ ਕੋਲ ਬੁੱਧੀ ਹੈਗੀ ਆ ਤੇ ਸੁਰਤ ਹੈਗੀ ਆ। ਦੋਏ ਕਰ ਜੋੜ ਕਰੋ ਅਰਦਾਸ, ਦੋਨਾਂ ਨੂੰ ਜੋੜ ਦੋ ਭਾਈ, ਮਾਲਕ ਦੇ ਅੱਗੇ ਸਮਰਪਿਤ ਕਰ ਦੋ। ਅਰਦਾਸ ਕਰਨੀ ਕੀ ਹੈ? ਦੋਏ ਕਰ ਜੋੜਨੇ ਕੀ ਹੈਗਾ? ਜੋ ਕੁਛ ਵੀ ਹੈਗਾ ਭਾਈ, ਜੋ ਕੁਛ ਵੀ ਹੈਗਾ ਸਮਰਪਿਤ ਕਰ ਦੋ, ਰੱਖ ਦੋ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਜੇ ਮਾਲਕ ਨੂੰ ਭਾ ਜਾਏ, ਦਿਲੋਂ ਹੈ ਪੁਕਾਰ, ਦਿਲੋਂ ਉੱਠ ਰਹੀ ਹੈ, ਮਾਲਕ ਜਸਟੀਫਾਈ ਹੋ ਜਾਏ, ਮਾਲਕ ਜਿਹੜਾ ਹੈਗਾ ਸੰਤੁਸ਼ਟ ਹੋ ਜਾਏ, ਬਈ ਇਹ ਜਿਹੜਾ ਬੰਦਾ ਇਹ ਖਚਰ ਵਿੱਦਿਆ ਨਹੀਂ ਕਰ ਰਿਹਾ, ਇਹ ਜਿਹੜਾ ਹੈਗਾ ਸਹੀ ਜਿਹੜਾ ਬਾਹਰ ਨਿਕਲਣਾ ਚਾਹੁੰਦਾ ਹੈ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਫਿਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਸੇ ਵੇਲੇ ਜਿਹੜਾ ਭਾ ਜਾਏ ਉਹਨੂੰ, ਤੇ ਬਸ ਉਹ ਕਬੂਲ ਕਰ ਲੈਂਦਾ ਹੈ। ਕੀ ਅਰਦਾਸ ਕੀ ਕਬੂਲ ਕਰਦਾ ਹੈ? ਕੀ ਕਰਦਾ ਹੈ ਮਾਲਕ? ਕਰ ਕਿਰਪਾ ਆਪਣੀ ਭਗਤੀ ਲਾਏ। ਆਇਆ ਦੋ ਕਰ ਜੋੜ ਕੇ ਅਰਦਾਸ, ਬਈ ਮੈਨੂੰ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ, ਮੈਨੂੰ ਭਗਤੀ ਦੇ ਵਿੱਚ ਲਗਾ ਦੇ ਮਾਲਕਾ। ਜਨ ਨਾਨਕ ਪ੍ਰਭ ਸਦਾ ਧਿਆਏ। ਔਰ ਇਹ ਹਮੇਸ਼ਾ ਸਦਾ ਵਾਸਤੇ ਗੱਲ ਹੈਗੀ ਆ, ਜਦ ਤੱਕ ਗੇਮ 'ਚੋਂ ਬਾਹਰ ਨਹੀਂ ਆਉਂਦੇ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਸੂਹੀ ਮਹਲਾ ਪੰਜਵਾਂ।
ਧਨ ਸੁਹਾਗਣੇ ਜੋ ਪ੍ਰਭੂ ਪਛਾਣੈ। ਕਹਿੰਦੇ ਧੰਨ ਹੈ ਉਹ ਸੁਹਾਗਣ ਭਾਈ ਜਿਹਨੇ ਆਪਣੇ ਮਾਲਕ ਪਰਮਾਤਮਾ ਨੂੰ ਪਛਾਣ ਲਿਆ, ਜਿਹਨੇ ਮਾਇਆ ਦਾ ਧੋਖਾ ਜਿਹੜਾ ਹੈਗਾ ਉਹ ਟਰੈਪ ਨੂੰ ਛੱਡ ਦਿੱਤਾ, ਟਰੈਪ ਤੋਂ ਬਾਹਰ ਉਹਨੂੰ ਪਤਾ ਲੱਗ ਗਿਆ ਇਹ ਤਾਂ ਧੋਖਾ ਹੈਗਾ, ਟਰੈਪ ਹੈਗੀ ਹੈ, ਇਹ ਪਿੱਛੇ ਦਾ ਕੰਟਰੋਲਰ ਹੈਗਾ, ਉਹ ਬਾਜੀਗਰ, ਉਹਨੇ ਪਛਾਣ ਲਿਆ ਭਾਈ। ਧੰਨ ਸੁਹਾਗਣ, ਕਹਿੰਦੇ ਧੰਨ ਹੈ ਉਹ ਸੁਹਾਗਣ ਹੋ ਜਾਏਗੀ ਭਾਈ ਜੋ ਪ੍ਰਭੂ ਪਛਾਣੇ। ਮਾਨੇ ਹੁਕਮ ਤਜੇ ਅਭਿਮਾਨ ਹੈ, ਉਹਨੇ ਹੁਕਮ ਮੰਨਣਾ ਹੈ, ਜੋ ਬਾਣੀ ਕਹਿ ਰਹੀ, ਜੋ ਗੁਰੂ ਕਹਿ ਰਹੇ, ਜੋ ਮਾਲਕ ਦਾ ਹੁਕਮ ਹੈਗਾ ਬਈ ਨਿਕਲ, ਉਹਨੇ ਹੰਕਾਰ ਛੱਡ ਦੇਣਾ ਹੈ। ਮਾਨੇ ਹੁਕਮ ਤਜੈ ਅਭਿਮਾਨ ਹੈ, ਪਿਰੀ ਸਿਓ ਰਾਤੀ ਰਲੀਆਂ ਮਾਣੇ। ਬਸ ਟਾਰਗੇਟ ਅਚੀਵ ਹੋ ਜਾਣਾ ਉਹਦਾ, ਰੱਤੀ ਜਾਣਾ ਮਾਲਕ ਪਰਮਾਤਮਾ ਦੇ ਨਾਲ, ਔਰ ਅਸਲੀ ਜਿਹੜੀ ਹੈਗੀ ਆ ਅਸਲੀ ਸੁੱਖ ਪ੍ਰਾਪਤ ਕਰ ਲੈਣਾ ਉਹਨੇ। ਸੁਨ ਸਖੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਓ। ਆ ਸੁਹਾਗਣ ਜਿਹੜੀ ਹੈਗੀ ਜਿਹਨੇ ਪਰਮਾਤਮਾ ਨੂੰ ਪਾ ਲਿਆ, ਉਹ ਆਪਾਂ ਨੂੰ ਸੇਧ ਦੇ ਰਹੀ ਹੈ। ਹੇ ਸਖੀ, ਤੇਰੇ ਅੰਦਰ ਇੱਛਾ ਹੈਗੀ ਮਾਲਕ ਨੂੰ ਮਿਲਣ ਦੀ, ਤੇ ਉਹਦੇ ਵਾਸਤੇ ਆ ਨਿਸ਼ਾਨੀ ਹੈਗੀ ਹੈ ਮਾਲਕ ਨੂੰ ਮਿਲਣ ਦੀ। ਮਨ ਤਨ ਅਰਪ ਤਜ ਲਾਜ ਲੁਕਾਨੀ, ਮਨ ਵੀ ਔਰ ਤਨ ਵੀ। ਦੇਖ ਆਪਣਾ ਮਨ ਸੁਰਤ ਦੇ ਨਾਲ ਜਿਹੜਾ ਘੁੰਮ ਰਿਹਾ ਹੈ, ਤਨ ਜਿਹੜੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਅਰਪ ਕਰ ਦੇ। ਮਨ ਤਨ ਅਰਪ ਤਜ ਲਾਜ ਲੁਕਾਨੀ, ਦੁਨੀਆ ਦੀ ਪਰਵਾਹ ਨਾ ਕਰ, ਦੁਨੀਆ ਕੀ ਕਹਿੰਦੀ। ਰਹਾਓ ਸਖੀ ਸਹੇਲੀ ਕੋ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਖੀ ਜਿਹੜੀ ਹੈਗੀ ਸਹੇਲੀ ਨੂੰ ਸਮਝਾ ਰਹੀ ਹੈ ਭਾਈ, ਗੁਰੂ ਆਪਾਂ ਨੂੰ ਸਮਝਾ ਰਿਹਾ ਹੈ ਕਿ ਭਾਈ ਉਹ ਕਮਾਈ ਕਰ ਜਿਹੜੀ ਮਾਲਕ ਨੂੰ ਚੰਗੀ ਲੱਗਦੀ ਹੈ। ਸੋਈ ਕਮਾਵੈ ਜੋ ਪ੍ਰਭ ਭਾਵੈ, ਸਾਧ ਸੁਹਾਗਣੇ ਅੰਗ ਕੇ ਸਮਾਵੈ। ਉਹ ਸੁਹਾਗਣ ਜਿਹੜੀ ਹੈ ਪਰਮਾਤਮਾ ਦੇ ਗਲ ਨਾਲ ਲੱਗ ਜਾਂਦੀ ਹੈ, ਸਮਾ ਜਾਂਦੀ ਹੈ। ਗਰਭ ਗਹੇਲੀ ਮਹਿਲ ਨਾ ਪਾਵੈ, ਜੇ ਤੂੰ ਆਪਣੀ ਆਕੜ ਦੇ ਵਿੱਚ ਆ, ਹਉਮੈ ਦੇ ਵਿੱਚ ਹੈਗੇ ਆ, ਤੇ ਫਿਰ ਭਾਈ ਮਹਿਲ ਨਹੀਂ ਮਿਲਣਾ। ਗਰਭ ਗਹੇਲੀ, ਪੂਰੀ ਗਰਭ ਦੇ ਵਿੱਚ ਜਿਹੜੀ ਹੈ ਪੂਰੀ ਮਚੀ ਪਈ ਹੈ। ਮਹਿਲ ਨਾ ਪਾਵੈ, ਨਹੀਂ ਮਹਿਲ ਮਿਲੇਗਾ। ਫਿਰ ਪਛਤਾਵੈ ਜਬ ਰੈਣ ਬਿਹਾਵੈ। ਔਰ ਇੱਥੇ ਆਪਾਂ ਪਰਮਾਨੈਂਟ ਨਹੀਂ ਹੈਗੇ, ਇਹ ਸਮਾਂ ਤਾਂ ਟਿਕ ਟਿਕ ਕਰੀ ਜਾ ਰਿਹਾ ਹੈ, ਇਹ ਰਾਤ ਨੇ ਗੁਜ਼ਰ ਜਾਣਾ ਹੈ, ਸਵਾਸ ਖਤਮ ਹੋ ਜਾਣੇ ਹੈ। ਗਰਭ ਗਹੇਲੀ ਮਹਿਲ ਨਾ ਪਾਵੈ, ਫਿਰੇ ਪਛਤਾਵੈ ਜਬ ਰੈਣ ਬਿਹਾਵੈ। ਕਰਮਹੀਣ ਮਨਮੁਖ ਦੁੱਖ ਪਾਵੈ। ਕਹਿੰਦੇ ਨਹੀਂ ਬਖਸ਼ਿਸ਼ ਹੈ, ਕਰਮਹੀਣ ਹੈ, ਨਹੀਂ ਐਕਸ਼ਨ, ਨਹੀਂ ਮੰਨੀ ਗੱਲ, ਗੁਰੂ ਦੀ ਗੱਲ ਨਹੀਂ ਮੰਨੀ, ਪਰਮਾਤਮਾ ਦਾ ਹੁਕਮ ਨਹੀਂ ਮੰਨਿਆ, ਤੇ ਮਨ ਦੇ ਪਿੱਛੇ ਚੱਲੀ ਗਈ। ਮਨ ਜੋ ਕਹਿੰਦਾ ਸੀ ਕਰਦੀ ਰਹਿ ਗਈ, ਤੇ ਫਿਰ ਦੁੱਖ ਪਾ ਲਿਆ। ਦੁੱਖ ਤਾਂ ਪਾਉਣਾ ਹੀ ਪਾਉਣਾ ਹੈਗਾ। ਹੁਣ ਦੇਖੋ ਮਾਲਕ ਦੇ ਵਿੱਚ ਆਪਾਂ ਹੈਗੇ ਆ, ਬਿਲਕੁਲ ਮਾਲਕ ਦੇ ਨਾਲ ਹੈ। ਮਾਲਕ ਚਾਰ ਸਪੇਰੇ ਮਾਲਕ ਹੈਗਾ, ਤੇ ਬਿਨੋ ਕਰੀ ਜੇ ਜਾਣਾ ਦੂਰ। ਬਿਨੋ ਤਾਂ ਕਰੀਏ ਜੇ ਉਸ ਮਾਲਕ ਨੂੰ ਦੂਰ ਸਮਝੀਏ, ਕਿਤੇ ਦੂਰ ਹੈਗਾ ਮਾਲਕ ਪਰਮਾਤਮਾ। ਬੇਨਤੀ ਜਿਹੜੀ ਹੈ ਮਾਲਕ ਤੱਕ ਵੀ ਬੇਨਤੀ ਜਾਏ, ਉਹ ਤਾਂ ਉਹਦੇ ਅੰਦਰ, ਆਪਾਂ ਤਾਂ ਉਹਦੇ ਵਿੱਚ ਹੀ ਬੈਠੇ ਹੋਏ ਹਾਂ। ਮਾਲਕ ਤਾਂ ਅੰਗ ਸੰਗ ਹੈਗਾ ਆਪਣੇ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸੀ ਰਹਾ ਭਰਪੂਰ। ਉਹ ਤਾਂ ਹਮੇਸ਼ਾ ਰਹਿਣ ਵਾਲਾ ਹੈ, ਭਰਪੂਰ ਹੈਗਾ। ਜਨ ਨਾਨਕ ਗਾਵੇ ਦੇਖ ਹਦੂਰ। ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ, ਉਹ ਤਾਂ ਬਿਲਕੁਲ ਉਹਨੂੰ ਦੇਖ ਕੇ ਜਿਹੜਾ ਹੈਗਾ ਉਹਦੀ ਭਗਤੀ ਕਰਦੇ ਆ। ਸੂਹੀ ਮਹੱਲਾ ਪੰਜਵਾਂ। ਗ੍ਰਹਿ ਵਾਸੇ ਗੁਰੇ ਕੀਨਾ, ਹਉ ਕਰ ਕੀ ਨਾਰ। ਲਓ, ਜਿਹੜਾ ਭਗਤੀ ਕਰਨਾ, ਜਿਹਨੇ ਧਿਆਨ ਸਿਮਰਨ ਸ਼ੁਰੂ ਕਰਤਾ, ਜਿਹਨੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ, ਆ ਗਿਆ ਕੰਟਰੋਲ, ਚਾਰਜ ਲੈ ਲਿਆ ਇਹਨਾਂ ਦੇ ਕੋਲੋਂ। ਇਹ ਜਿਹੜੀਆਂ 10 ਇੰਦਰੀਆਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਇਹਨਾਂ ਕੋਲੋਂ ਲੈ ਲਿਆ ਚਾਰਜ। ਇਹ ਘੁਮਾਈ ਫਿਰਦੀਆਂ ਸੀ ਚਾਰ ਸਪੇਰੇ, ਮਨ ਪਤੰਦਰ। ਗ੍ਰਹਿ ਵਸ ਕੀ ਗੁਰੇ ਕੀਨਾ,
ਗੁਰੂ ਨੇ ਕਰ ਦਿੱਤਾ ਭਾਈ, ਇਹ ਘਰ ਵਸ 'ਚ ਕਰਤਾ, ਕੰਟਰੋਲ 'ਚ ਕਰ ਦਿਆ, ਕੰਟਰੋਲ ਹੋ ਗਿਆ। ਜਿਹੜਾ ਐਕਚੁਅਲ ਜਿਹੜਾ ਹੈਗਾ ਆਤਮਾ ਜਿਹੜੀ ਹੈਗੀ ਉਹਦਾ ਕੰਟਰੋਲ ਹੋ ਗਿਆ, ਜੀਓ ਦਾ ਕੰਟਰੋਲ ਹੋ ਗਿਆ। ਗ੍ਰਹਿ ਵਸ ਗੁਰੇ ਕੀਨਾ, ਹਉ ਘਰ ਕੀ ਨਾਰ, ਹਉ ਘਰ ਕੀ ਨਾਰ, ਜੀਵ ਇਸਤਰੀ 10 ਨਾਰੀ ਕਰ ਦੀਨੀ ਪਤਹਾਰ। ਕਹਿੰਦੇ 10 ਦੀ 10 ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਮੇਰੇ ਕੰਟਰੋਲ 'ਚ ਹੈ, ਮੈਂ ਉਹਦੀ ਮਾਲਕਣ ਹੈਗੀ ਹਾਂ। ਹੁਣ 10 ਨਾਰੀ, 10 ਦਾਸੀ, 10 ਦਾਸੀਆਂ ਬਣ ਗਈਆਂ ਹੁਣ। ਕਰ ਦੀਨੀ ਪਤਹਾਰ, ਕਹਿੰਦੇ ਉਹਨਾਂ ਦਾ ਮੈਂ ਪਤਹਾਰ ਹੋ ਗਈ, ਮੈਂ ਮਾਲਕਣ ਹੋ ਗਈ ਉਹਨਾਂ ਦੀ। ਸਗਲ ਸਮਗਰੀ ਮੈਂ ਕਰ ਕੀ ਜੋੜੀ, ਆਸ ਪਿਆਸੀ ਫਿਰ ਕੋ ਲੋੜੀ। ਹੁਣ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਸਮਰਪਿਤ ਹੋ ਗਈ। ਆਹੀ ਤਾਂ ਸੀਗੀਆਂ, ਇੱਕ ਮਨ ਸੀਗਾ, ਇੱਕ ਮਨ ਦੇ ਨਾਲ ਸੁਰਤ ਹੈਗੀ, ਔਰ ਜਿਹੜੀ ਹੈਗੀਆਂ ਆ ਗਿਆਨ ਇੰਦਰੀਆਂ, ਕਰਮ ਇੰਦਰੀਆਂ ਹੈਗੀਆਂ। ਆਹੀ ਸਮਗਰੀ ਹੈ ਜੋੜ ਲਈ ਸਾਰੀ। ਹੁਣ ਜਿਹੜਾ ਹੈਗਾ ਕੋਈ ਕਿਸੇ ਪਾਸਿਓਂ ਜਿਹੜਾ ਹੈਗਾ ਜਿਹੜਾ ਵਿਰੋਧ ਨਹੀਂ ਹੋ ਰਿਹਾ। ਹੁਣ ਆਸ ਪਿਆਸੀ ਫਿਰ ਕੋ ਲੋੜੀ, ਇੱਕੋ ਹੀ ਆਸ, ਇੱਕੋ ਹੀ ਪਿਆਸ ਉਸ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੀ। ਕਵਨ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੁਰਾਰੇ ਰਹਾਓ। ਹੇ ਮੇਰੇ ਮਾਲਕਾ, ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ, ਤੂੰ ਤਾਂ ਗੁਣਾਂ ਦਾ ਭੰਡਾਰ ਹੈਗਾ, ਮੇਰੇ ਕੋਲ ਕੀ ਹੈਗਾ ਮਾਲਕਾ। ਕਵਨ ਕਹਾਂ ਗੁਣ ਕੰਤ ਪਿਆਰੇ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਵਾਂ, ਤੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਹੈ। ਤੂੰ ਦਿਆਲੂ ਹੈਗਾ, ਤੂੰ ਸਾਰੇ ਪਾਪ ਦੂਰ ਕਰਨ ਵਾਲਾ ਹੈ। ਸੁਗੜ ਸਰੂਪ ਦਿਆਲ ਮੁਰਾਰੇ ਰਹਾਓ, ਸਤ ਸਿੰਗਾਰ ਪਾਓ ਅੰਜਨ ਪਾਇਆ। ਆ ਹੈਗਾ ਸੱਚੇ ਆਚਰਣ ਦਾ ਸਿੰਗਾਰ। ਸਾਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ ਸਾਰਾ ਸੱਤ ਦੇ ਉੱਤੇ ਆ ਗਿਆ। ਆ ਸਿੰਗਾਰ ਬਣਾ ਲਿਆ, ਔਰ ਮਾਲਕ ਦਾ ਭਾਉ ਸੁਰਮਾ ਪਾ ਲਿਆ। ਸਤ ਸਿੰਗਾਰ ਪਾਓ ਅੰਜਨ ਪਾਇਆ, ਬਣ ਗਈ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੇ ਵਾਸਤੇ ਤਿਆਰੀ। ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ। ਲਓ, ਅੰਮ੍ਰਿਤ ਨਾਮ ਵੀ ਆ ਗਿਆ, ਬੂੰਦ ਵੀ ਆ ਗਈ, ਉਹ ਨਾਮ ਪਦਾਰਥ ਵੀ ਮਿਲ ਗਿਆ। ਕੰਗਨ ਵਸਤਰ ਗਹਿਣੇ ਬਣੇ ਸੁਹਾਵੇ, ਸਾਰੇ ਦੇ ਸਾਰੇ ਜਿਹੜਾ ਪੂਰਾ ਸ਼ਿੰਗਾਰ ਹੋ ਗਿਆ। ਕੰਗਨ ਵਸਤਰ ਸਾਰੇ ਦੇ ਸਾਰੇ ਜੋ ਭਗਤੀ ਕਰ ਰਹੀ ਸੀਗੀ, ਸਾਰੇ ਸ਼ਿੰਗਾਰ ਹੋ ਗਏ। ਹੁਣ ਸਾਰੇ ਵਧੀਆ ਸਜਾਵਟ ਹੋ ਗਈ। ਤਨ ਸਭ ਸੁਖ ਪਾਵੈ, ਜਾਂ ਪਿਰ ਘਰੇ ਆਵੈ। ਸਾਰੇ ਸੁਖ ਪ੍ਰਾਪਤ ਹੋ ਜਾਣ ਜੇ ਕਿਤੇ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਏ। ਗੁਣ ਕਾਮਣ ਕਰ ਕੰਤ ਰਿਝਾਇਆ। ਕਿਵੇਂ ਮਾਲਕ ਵਸ ਚ ਆ ਕੇ ਕਹਿੰਦੇ ਗੁਣ ਲੈ, ਗੁਣ ਕਾਮਣ ਕਹਿੰਦੇ ਆ ਜਿਹੜਾ ਜਿਹਦੇ ਨਾਲ ਜਿਹੜਾ ਕਿਸੇ ਨੂੰ ਵਸ ਕਰ ਲਈਏ। ਵਸ਼ੀਕਰਨ ਮੰਤਰ, ਗੁਣਾਂ ਦੇ ਦੁਆਰਾ ਆਇਆ ਵਸ਼ੀਕਰਨ ਮੰਤਰ। ਪਰਮਾਤਮਾ ਨੂੰ ਰਿਝਾਉਣ ਦਾ, ਮਾਲਕ ਨੂੰ ਖੁਸ਼ ਕਰਨ ਦਾ ਤਰੀਕਾ। ਗੁਣ ਕਾਮਣ ਕਰ ਕੰਤ ਰਿਝਾਇਆ, ਵਸ ਕਰ ਲੀਨਾ ਗੁਰੇ ਭਰਮ ਚੁਕਾਇਆ। ਗੁਰੂ ਨੇ ਮਿਹਰ ਕਰ ਦਿੱਤੀ, ਮਾਇਆ ਭਰਮ ਚੁਕਾ ਦਿੱਤਾ, ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਪ੍ਰਗਟ ਹੋ ਗਿਆ। ਵਸ ਕਰ ਲੀਨਾ, ਗੁਰੇ ਭਰਮ ਚੁਕਾਇਆ। ਇਸ ਤਰ੍ਹਾਂ ਮਾਲਕ ਜਿਹੜਾ ਹੈਗਾ ਭਗਤਾਂ ਦੇ ਵਸ 'ਚ ਹੋ ਜਾਂਦਾ ਹੈ ਭਾਈ। ਭਗਤ ਵਛਲ ਉਹਦਾ ਨਾਮ ਹੈਗਾ। ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ, ਪਿਰਿਓ ਪ੍ਰੀਤਮ ਮੇਰਾ। ਕਹਿੰਦੇ ਸਭ ਤੇ ਉੱਚਾ ਮੰਦਰ ਮੇਰਾ, ਉਹ ਜਿਹਦੇ ਅੰਦਰ ਪ੍ਰਗਟ ਹੋ ਗਿਆ ਭਾਈ, ਉਹਦਾ ਮੰਦਰ ਤਾਂ ਆਟੋਮੈਟਿਕਲੀ ਸਭ ਤੋਂ ਉੱਚਾ ਹੋਣਾ ਹੀ ਹੋਣਾ ਹੈਗਾ। ਔਰ ਇਸ ਨੂੰ ਪ੍ਰਾਇਰਟੀ ਮਿਲ ਗਈ। ਸਭ ਕਾਮਣ ਤਿਆਗੀ, ਪਿਰਿਓ ਪ੍ਰੀਤਮ ਮੇਰਾ। ਉਹ ਮਾਲਕ ਪਰਮਾਤਮਾ ਕਹਿੰਦੇ ਮੇਰਾ ਪਤੀ ਮੇਰਾ ਬਣ ਗਿਆ। ਪ੍ਰਗਟਿਆ ਸੂਰ ਜੋਤ ਉਜਿਆਰਾ। ਕਹਿੰਦੇ ਸੂਰਜ ਪ੍ਰਗਟ ਹੋ ਗਿਆ, ਜੋਤ ਪ੍ਰਕਾਸ਼ ਹੋ ਗਿਆ ਅੰਦਰ। ਸੇਜ ਵਿਛਾਈ ਸਰਦ ਅਪਾਰਾ। ਕਹਿੰਦੇ ਇੰਨੀ ਜਿਹੜੀ ਹੈਗੀ ਆ ਸ਼ਰਧਾ ਦੀ ਸੇਜ ਵਿਛਾ ਦਿੱਤੀ ਭਾਈ। ਸਰਦ
ਸੇਜ ਵਿਛਾਈ ਸਰਦ ਅਪਾਰਾ, ਨਵਰੰਗ ਲਾਲ ਸੇਜ ਰਾਵਣ ਆਇਆ। ਉਹ ਮਾਲਕ ਪਰਮਾਤਮਾ ਨਵਰੰਗ ਨਵੇਂ ਨਵੇਂ ਰੰਗਾਂ ਵਾਲਾ ਉਹ ਮਾਲਕ ਲਾਲ ਸੇਜਾਂ ਦੇ ਉੱਤੇ ਆ ਗਿਆ। ਤਨ ਜਨ ਨਾਨਕ ਪਿਰ ਤਨ ਮਿਲੇ ਸੁਖ ਪਾਇਆ। ਔਰ ਤਨ ਔਰ ਪਿਰ ਜਿਹੜੇ ਹੈਗੇ ਇੱਕ ਹੋ ਗਏ ਭਾਈ, ਸੁਖ ਪ੍ਰਾਪਤ ਕਰ ਲਿਆ ਧਨ ਨੇ, ਜੀਵ ਇਸਤਰੀ ਨੇ। ਇਸ ਤਰ੍ਹਾਂ ਮਿਲਾਪ ਹੁੰਦਾ ਹੈ, ਇਸ ਤਰ੍ਹਾਂ ਜਿਹੜਾ ਹੈਗਾ ਗੇਮ 'ਚੋਂ ਬਾਹਰ ਆ ਜਾਂਦਾ ਹੈ। ਸੂਹੀ ਮਹੱਲਾ ਪੰਜਵਾਂ। ਉਮਕਿਓ ਹਿਓ ਮਿਲਨ ਪ੍ਰਭ ਧਾਈ। ਬਸ ਸਟਾਰਟਿੰਗ ਜਰਨੀ ਹੋਣੀ ਆ, ਅੰਦਰ ਜਿਹੜਾ ਹੈਗਾ ਪਰਮਾਤਮਾ ਨੂੰ ਮਿਲਣ ਦੀ ਚੁਆਇਸ ਪੈਦਾ ਹੋਣੀ ਹੈ, ਹਿਰਦੇ ਦੇ ਵਿੱਚ ਅੰਦਰੋਂ ਖਿੱਚ ਪੈਦਾ ਹੋਣੀ ਹੈ ਮਾਲਕ ਨੂੰ ਮਿਲਣ ਦੀ। ਸਟਾਰਟ ਜਰਨੀ ਇਸ ਤਰ੍ਹਾਂ ਹੋਣੀ ਹੈ। ਉਮਕਿਓ ਹਿਓ ਮਿਲਨ ਪ੍ਰਭ ਧਾਈ, ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਕਹਿੰਦੇ ਮੈਂ ਵੀ ਉਸ ਮਾਲਕ ਪਰਮਾਤਮਾ ਨੂੰ ਖੋਜ ਲਵਾਂ, ਮੈਂ ਵੀ ਆਪਣੇ ਪਰਮਾਤਮਾ ਨੂੰ ਮਿਲ ਲਵਾਂ। ਖੋਜ ਤੇ ਚੜ ਗਿਆ ਭਾਈ। ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ। ਮਾਲਕ ਪਰਮਾਤਮਾ ਜਿਹੜਾ ਹੈਗਾ, ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ। ਕੀ ਮਿਲ ਗਿਆ ਸੰਦੇਸਰਾ ਇਹਨੂੰ? ਜਿਹੜਾ ਹੈ ਇਹ ਨਹੀਂ ਵੀ ਮੈਂ ਜੀਵ ਇਸਤਰੀ ਨੇ ਸੇਜਾ ਵਿਛਾ ਲਈ, ਨਾ, ਸੇਜਾ ਤਾਂ ਆਲਰੇਡੀ ਵਿਛੀ ਹੋਈ ਹੈ। ਮਾਲਕ ਤਾਂ ਆਲਰੇਡੀ ਬੈਠਾ ਹੋਇਆ ਸੇਜਾ ਦੇ ਉੱਤੇ, ਹਰੇਕ ਦੇ ਅੰਦਰ ਮਾਲਕ ਬੈਠਾ ਹੋਇਆ। ਆਹ ਸੰਦੇਸਰਾ ਮਿਲ ਗਿਆ ਵੀ ਮਾਲਕ ਤਾਂ ਅੰਦਰ ਆਲਰੇਡੀ ਬੈਠਾ ਹੋਇਆ, ਮਾਲਕ ਤਾਂ ਅੰਦਰ ਆਲਰੇਡੀ ਹੈਗਾ। ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ। ਪਰ ਪਰਮ ਆਇਓ ਤੋ ਨਜ਼ਰ ਨਾ ਪਾਏ। ਇਨਸਾਨ ਬਾਹਰ ਹੀ ਭਟਕਦਾ ਹੈ, ਭਰਮਦਾ ਹੈ, ਤੇ ਕਹਿੰਦੇ ਫਿਰ ਨਹੀਂ ਨਜ਼ਰ ਆਉਂਦਾ ਭਾਈ। ਸੇਜ ਤਾਂ ਵਿਛੀ ਹੋਈ ਹੈ। ਕਿਨ ਬਿਦ ਹੀਰੋ ਧੀਰੇ ਨਿਮਾਨੋ। ਜੀ ਹਾਂਜੀ ਸੌਰੀ, ਇੱਕ ਵਾਰੀ ਦੁਬਾਰਾ ਦੱਸ ਦੇਣਾ। ਸੁਣਤ ਸੰਦੇਸੋ ਪ੍ਰਯਾਗ ਸੇਜ ਵਿਛਾਈ। ਹਾਂ, ਇਹ ਜਿਹੜਾ ਆਪਾਂ ਇਹਦੇ ਅਰਥ ਇਸ ਤਰ੍ਹਾਂ ਮਿਲਣਗੇ ਬਈ ਸੁਨਤ ਸੰਦੇਸਰੋ, ਬਈ ਸੰਦੇਸਾ ਮਿਲ ਗਿਆ ਤੇ ਮੈਂ ਜੀਵ ਇਸਤਰੀ ਨੇ ਘਰ ਦੇ ਵਿੱਚ ਸੇਜਾ ਵਿਛਾ ਲਈ। ਨਾ, ਸੇਜਾ ਤਾਂ ਆਲਰੇਡੀ ਵਿਛੀ ਹੋਈ ਹੈ ਭਾਈ। ਆਹੀ ਤਾਂ ਸੰਦੇਸਾ ਮਿਲਣਾ ਸੀ। ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ। ਬਈ ਪਾਲਕ ਤਾਂ ਸੇਜਾ ਵਿਛਾ ਕੇ ਬੈਠਾ ਹੋਇਆ, ਤੂੰ ਹੀ ਬਾਹਰ ਭਟਕ ਰਹੀ ਹੈ, ਤੂੰ ਹੀ ਤਾਂ ਬਾਹਰ ਭਟਕ ਰਹੀ ਹੈ। ਮਾਲਕ ਤਾਂ ਸੇਜਾ ਵਿਛਾ ਕੇ ਆਲਰੇਡੀ ਹੈਗਾ ਹਰੇਕ ਦੇ ਅੰਦਰ। ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ। ਪਰਮ ਆਇਓ ਤੋ ਨਜ਼ਰ ਨਾ ਪਾਈ। ਪਰ ਭਟਕਦਾ ਇਨਸਾਨ ਤੇ ਉਹ ਆਪਾਂ ਨੂੰ ਨਹੀਂ ਦ੍ਰਿਸ਼ਟੀ ਜਾਂਦੀ ਪਾਈ, ਨਹੀਂ ਨਜ਼ਰ ਆਉਂਦਾ ਮਾਲਕ ਪਰਮਾਤਮਾ। ਕਿਨ ਵਿਦ ਹੀਰੋ ਧੀਰੇ ਨਿਮਾਨੋ ਮਿਲ ਸਾਜਨ ਹੋਂ ਤੁਝ ਕੁਰਬਾਨੋ। ਕਿਸ ਤਰੀਕੇ ਦੇ ਨਾਲ ਕਹਿੰਦੇ ਮੇਰਾ ਹਿਰਦਾ ਜਿਹੜਾ ਹੈਗਾ ਸ਼ਾਂਤ ਹੋਏ। ਧੀਰਜ ਕਿਵੇਂ ਆਏ ਮੈਨੂੰ ਜਿਹੜਾ ਹੈਗਾ ਮੈਂ ਖੋਜ ਰਿਹਾ ਹਾਂ, ਮੈਂ ਨਿਮਾਣਾ, ਮੇਰਾ ਮਨ ਮੇਰਾ ਹਿਰਦਾ ਕਿਵੇਂ ਸ਼ਾਂਤ ਹੋਏ ਤੇਰੇ ਦਰਸ਼ਨਾਂ ਤੋਂ ਬਗੈਰ। ਮਿਲ ਸਾਜਨ ਹੋਂ ਤੁਝ ਕੁਰਬਾਨੋ, ਮੈਂ ਤੇਰੇ ਤੋਂ ਕੁਰਬਾਨ ਆ, ਮੈਨੂੰ ਮਿਲ। ਹਾਲੇ ਜਿਹੜਾ ਹੈਗਾ ਭਟਕ ਰਿਹਾ ਜੀਵ ਬਾਹਰ ਕਰਮ ਕਾਂਡਾਂ ਦੇ ਵਿੱਚ, ਹਾਲੇ ਗੁਰੂ ਦੀ ਮੱਤ ਲਈ ਨਹੀਂ ਸਹੀ ਤਰੀਕੇ। ਗੁਰੂ ਨੇ ਜਿਹੜਾ ਹੈਗਾ ਅੰਦਰ ਕਿਹਾ, ਗੁਰੂ ਨੇ ਧਿਆਨ ਸਿਮਰਨ, ਉਹ ਤਾਂ ਕੰਮ ਕੀਤਾ ਹੀ ਨਹੀਂ। ਕਿਨ ਵਿਦ ਹੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਓ। ਏਕਾ ਸੇਜ ਵਿਸ਼ੀ ਤਨ ਕੰਤਾ। ਕਹਿੰਦੇ ਇੱਕੋ ਸੇਜਾ ਦੇ ਉੱਤੇ ਹੈਗੇ ਆ। ਲਓ, ਹੋਰ ਮਹਾਰਾਜ ਜਿਹੜੇ ਹੈਗੇ ਗਿਆਨ ਦੇ ਕਹਿੰਦੇ ਸੇਜ ਤੇ ਇੱਕੋ ਸੇਜਾ ਤੇ ਤਾਂ ਬੈਠੇ ਇੱਕੋ ਸੇਜਾ ਦੇ ਉੱਤੇ ਹੈਗੇ। ਏਕਾ ਸੇਜ ਵਿਸ਼ੀ ਤਨ ਕੰਤਾ, ਤਨ ਸੂਤੀ ਫਿਰ ਸਦ ਜਗੰਤਾ। ਪਰ ਆਪਾਂ ਸੁੱਤੇ ਪਏ ਆ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ, ਆਕਾਰ ਦੇ ਵਿੱਚ, ਬਾਹਰ ਪਦਾਰਥਾਂ ਦੇ ਵਿੱਚ। ਆਪਾਂ ਮਾਇਆ ਦਾ ਨਸ਼ਾ ਪੂਰੇ ਉਹ ਹੋਏ ਪਏ ਆ ਮਾਇਆ ਦਾ ਮਦਰਾ ਪੀ ਕੇ। ਏਕਾ ਸੇਜ ਵਿਸ਼ੀ ਤਨ ਕੰਤਾ। ਮਾਲਕ ਜਾਗ ਰਿਹਾ ਹੈ, ਆਪਾਂ ਸੁੱਤੇ ਪਏ ਆ।
ਤਨ ਸੂਤੀ ਫਿਰ ਸਦ ਜਾਗੰਤਾ, ਹਮੇਸ਼ਾ ਹੀ ਜਾਗ ਰਿਹਾ ਹੋ, ਹਮੇਸ਼ਾ ਦੀ ਸੇਜ ਵਿਛੀ ਹੋਈ ਹੈ ਭਾਈ। ਏਕਾ ਸੇਜ ਵਿਛੀ ਤਨ ਗੰਤਾ, ਤਨ ਸੂਤੀ ਫਿਰ ਸਦ ਜਾਗੰਤਾ, ਪੀਓ ਮਦਰੋ ਤਨ ਮਤਵੰਤਾ। ਬਸ ਆਪਾਂ ਮਾਇਆ ਦਾ ਨਸ਼ਾ, ਮਾਇਆ ਦਾ ਮਦਰਾ ਪੀਆ ਹੋਇਆ, ਪੀਤੀ ਹੋਈ ਹੈ, ਸਵਾਦਾਂ ਦੀ, ਰਸਾਂ ਦੀ, ਪੂਰੇ ਮਸਤ ਹੋਏ ਪਏ ਆ। ਜੀਵ ਇਸਤਰੀ ਮਸਤ ਹੋਈ ਪਈ ਹੈ। ਤਨ ਜਾਗੈ ਜੇ ਫਿਰ ਬੋਲੰਤਾ, ਜੇ ਕਿਤੇ ਮਾਲਕ ਪਰਮਾਤਮਾ ਦੀ ਮਿਹਰ ਹੋ ਜਾਏ ਤੇ ਜੀਵ ਇਸਤਰੀ ਜਾਗ ਜਾਏ। ਤਨ ਜਾਗੇ ਜੇ ਫਿਰ ਬੋਲੰਤਾ, ਫਿਰ ਬੋਲੰਤਾ ਕੀ ਹੈ? ਵੀ ਮਾਲਕ ਜਿਹੜਾ ਹੈਗਾ ਮਿਹਰ ਕਰਦਾ, ਮਾਲਕ ਮਿਹਰ ਕਰਦਾ। ਪਈ ਨਿਰਾਸ਼ੀ ਬਹੁਤ ਦਿਨ ਲੱਗ ਗਏ, ਨਿਰਾਸ਼ ਹੋ ਗਈ, ਬਹੁਤ ਦਿਨ ਲੱਗ ਗਏ। ਕਹਿੰਦੀ ਦੇਸ਼ ਦਿਸੰਤਰ ਮੈਂ ਸਗਲੇ ਝਾਗੇ, ਕਹਿੰਦੇ ਬਾਹਰ ਦੇਸ਼ ਦੇ ਸੰਤਰ ਸਾਰੇ ਭੜਕ ਕੇ ਝਾਗੇ, ਕਹਿੰਦੇ ਝੱਖ ਮਾਰ ਮਾਰ ਕੇ ਵਾਪਸ ਆ ਗਈ। ਚੰਗੀ ਤਰ੍ਹਾਂ ਦੇਖ ਲੈ ਪਰਖ ਕੇ। ਪਈ ਨਿਰਾਸ਼ੀ ਬਹੁਤ ਦਿਨ ਲਾਗੇ, ਦੇਸ਼ ਦਿਸੰਤਰ ਮੈਂ ਸਗਲੇ ਝਾਗੇ, ਖਿਨ ਰਹਿਣ ਨਾ ਪਾਵੋ ਬਿਨ ਪਗ ਭਾਗੇ। ਪਿਆਸ ਹੋਰ ਵਧੀ ਜਾਂਦੀ ਹੈ, ਕਹਿੰਦੇ ਰਿਹਾ ਨਹੀਂ ਜਾਂਦਾ ਮਾਲਕ ਪਰਮਾਤਮਾ ਦੇ ਚਰਨ ਸਪਰਸ਼ ਕੀਤੇ ਬਗੈਰ। ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ, ਕਿਤੇ ਕਿਰਪਾਲ ਹੋ ਜਾਏ ਮੈਨੂੰ, ਮੇਰੇ ਉੱਤੇ ਕਿਰਪਾ ਕਰ ਦੇ ਮਾਲਕਾ ਤੇ ਮੈਨੂੰ ਮਿਲ ਪਏ। ਪਇਓ ਕਿਰਪਾਲ ਸਤ ਸੰਗ ਮਿਲਾਇਆ, ਆ ਲਓ ਇੱਥੇ ਹੋਇਆ ਸਤ ਸੰਗ, ਸਤ ਦਾ ਸੰਗ ਹੋ ਗਿਆ। ਸਹੀ ਡਾਇਰੈਕਸ਼ਨ, ਸਹੀ ਗਾਈਡੈਂਸ, ਸਹੀ ਜਿਹੜਾ ਹੈਗਾ ਪਤਾ ਲੱਗ ਗਿਆ ਹੁਣ ਬਈ ਕੀ ਕਰਨਾ ਹੈ, ਹੁਣ ਮੈਂ ਕਿਵੇਂ ਮਿਲਣਾ ਹੈ ਮਾਲਕ ਨੇ। ਪਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਘਰੈ ਫਿਰ ਪਾਇਆ। ਤਪਤ ਬੁਝ ਗਈ ਭਾਈ, ਸਤ ਦਾ ਸੰਗ ਹੋ ਗਿਆ, ਤਪਤ ਬੁਝ ਗਈ। ਉਹ ਘਰ ਦੇ ਵਿੱਚ ਹੀ ਉਹ ਮਾਲਕ ਪਰਮਾਤਮਾ ਮਿਲ ਗਿਆ। ਸਗਲ ਸਿੰਗਾਰ ਹੁਣ ਮੁਝੇ ਸੁਹਾਇਆ, ਸਾਰੇ ਸਿੰਗਾਰ, ਫਿਰ ਪਹਿਲੇ ਸ਼ਬਦ 'ਚ ਵੀ ਕਹੇ ਸੀਗੇ ਸਾਰੇ ਸਿੰਗਾਰ ਗਹਿਣੇ ਸਾਰੇ ਹੋ ਗਏ, ਕਹਿੰਦੇ ਸਾਰੇ ਹੁਣ ਮੈਨੂੰ ਚੰਗੇ ਲੱਗੇ। ਜੋ ਵੀ ਸਿੰਗਾਰ, ਜੋ ਵੀ ਮਾਲਕ ਪਰਮਾਤਮਾ ਨੇ ਮਿਲਣ ਦੇ ਵਾਸਤੇ ਜੋ ਹੈ ਨੈਸਰੀ ਜਿਹੜੀਆਂ ਹੈਗੀਆਂ, ਜਿਹੜੀ ਭਗਤੀ, ਸੱਤ, ਸੱਚਾ ਆਚਰਣ, ਇਹ ਸਾਰੇ ਸਿੰਗਾਰ ਹੀ ਹੈਗੇ। ਸੱਤ ਸੰਤੋਖ ਦਇਆ ਧਰਮ ਧੀਰਜ, ਕਹੋ ਨਾਨਕ ਗੁਰੇ ਭਰਮ ਚੁਕਾਇਆ। ਗੁਰੂ ਨੇ ਜਿਹੜਾ ਹੈਗਾ ਭਰਮ ਚੁਕਾ ਦਿੱਤਾ ਭਾਈ। ਇਹ ਭੁਲੇਖਾ ਮਾਇਆ ਦਾ ਤੂੰ ਕਿੱਥੇ ਲੱਗਿਆ ਹੋਇਆ ਸਵਾਦਾਂ ਦੇ ਪਿੱਛੇ ਭਾਈ, ਸੰਕੋਚ। ਜਹ ਦੇਖਾਂ ਤੈ ਪਿਰ ਹੈ ਭਾਈ। ਹੁਣ ਕਹਿੰਦੇ ਜਿੱਧਰ ਵੀ ਮੈਂ ਦੇਖਦੀ ਹਾਂ ਉਹ ਮਾਲਕ ਪਰਮਾਤਮਾ ਹਰ ਜਗ੍ਹਾ 'ਤੇ ਉਹੀ ਹੈਗਾ। ਹੇ ਮੇਰੇ ਭਰਾਵੋ, ਜਹ ਦੇਖਾਂ ਤੈ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਰਹਾਓ ਦੂਜਾ। ਪਹਿਲੇ ਦੇਖ ਲਓ ਮਾਲਕ ਨੂੰ ਮਿਲਾਪ ਹੋ ਗਿਆ, ਹੁਣ ਜਿਹੜਾ ਹੈਗਾ ਆਪਾਂ ਨੂੰ ਜਿਹੜੇ ਹੈਗੇ ਗਾਈਡੈਂਸ ਦੇ ਰਹੇ ਮਹਾਰਾਜ। ਖੋਲਿਓ ਕਪਾਟ ਤਾਂ ਮਨ ਠਹਿਰਾਈ, ਕਪਾਟ ਖੁੱਲ ਗਏ ਭਾਈ ਤੇ ਮਨ ਠਹਿਰ ਗਿਆ। ਗੁਰੂ ਨੇ ਕਪਾਟ ਖੋਲਣੇ ਹੈ, ਗੁਰੂ ਨੇ ਗਿਆਨ ਦੇਣਾ ਹੈ। ਇਹ ਧਿਆਨ ਸਿਮਰਨ ਦੁਆਰਾ ਦਸਮ ਦੁਆਰ ਖੁੱਲ ਜਾਣਾ। ਜਹ ਦੇਖਾਂ ਤੈ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਰਹਾਓ ਦੂਜਾ। ਆ ਰਹਾਓ ਦੂਸਰਾ ਆ ਗਿਆ। ਆਖਰੀ ਸ਼ਬਦ ਅੱਜ ਦਾ, ਕਿਉਂਕਿ 6 ਸ਼ਬਦ ਸੀਗੇ, ਇਹ ਟੌਪਿਕ ਪੂਰਾ ਹੋ ਜਾਏਗਾ। ਸੂਹੀ ਮਹੱਲਾ ਪੰਜਵਾਂ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਹੇ ਮੇਰੇ ਮਾਲਕਾ, ਮੈਂ ਤੇਰੇ ਕਿਹੜੇ ਕਿਹੜੇ ਗੁਣ ਜਿਹੜੇ ਹੈਗੇ ਇਕੱਠੇ ਕਰਾਂ ਮਾਲਕਾ, ਕਿਹੜੇ ਕਿਹੜੇ ਗੁਣ ਤੇਰੇ ਗ੍ਰਹਿਣ ਕਰੀ ਜਾਵਾਂ। ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈਗਾ ਹੈ, ਔਰ ਮੇਰੇ ਕੋਲ ਕੋਈ ਗੁਣ ਹੀ ਨਹੀਂ ਹੈਗਾ। ਮੋਹਿ ਨਿਰਗੁਣ ਕੇ ਦਾਤਾਰੇ, ਤੂੰ ਤਾਂ ਮੇਰੇ ਨਿਰਗੁਣ ਦਾ ਦਾਤਾ ਹੈਗਾ ਮਾਲਕਾ। ਤੂੰ ਦਾਤਾ ਹੈਗਾ, ਤੂੰ ਦੇਣੇ ਹੈਗੇ ਸਾਰੇ। ਮੈਂ ਕੀ ਇਕੱਠੇ ਕਰ ਸਕਦੀ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਆਪਾਂ ਤਾਂ ਦੇਖੋ ਬੈ ਖਰੀਦ ਹੈਗੇ ਆ, ਆਪਣਾ ਕੀ ਹੈਗਾ ਆਪਣਾ? ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਸਰੀਰ ਦਿੱਤਾ, ਉਹ ਜੀਓ ਵੀ ਉਹਦਾ ਹੈ, ਮਨ ਸੁਰਤ ਮਤ ਮਨ ਬੁੱਧ ਸਾਰਾ ਕੁਛ ਤਾਂ ਉਸ ਮਾਲਕ ਦਾ ਹੈ। ਆਪਾਂ ਤਾਂ ਬੈ ਖਰੀਦੇ ਹੋਏ ਆ ਭਾਈ, ਆਪਾਂ ਕੀ ਚਤੁਰਾਈ ਕਰ ਸਕਦੇ ਹਾਂ? ਬੈ ਖਰੀਦ ਕਿਆ ਕਰੇ ਚਤੁਰਾਈ,
ਇਹੋ ਜਿਉ ਪਿੰਡ ਸਭ ਥਾਰੇ, ਲਾਲ ਰੰਗੀਲੇ ਪ੍ਰੀਤਮ ਮਨਮੋਹਨ, ਤੇਰੇ ਦਰਸ਼ਨ ਕੋ ਹਮ ਬਾਰੇ ਰਹਾਓ। ਤੂੰ ਤਾਂ ਮਾਲਕ ਹੈਗਾ ਮੇਰਾ, ਰੰਗੀਲਾ ਹੈਗਾ ਮਾਲਕਾ, ਤੂੰ ਮੇਰੇ ਮਨ ਨੂੰ ਮੋਹਣ ਵਾਲਾ ਹੈ, ਮੇਰਾ ਪਿਆਰਾ ਹੈਗਾ ਆ, ਮੈਂ ਤਾਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਹੈ। ਰਹਾਓ। ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮੇ ਸਦਾ ਸਦਾ ਉਪਕਾਰੇ। ਉਹ ਮਾਲਕ ਪਰਮਾਤਮਾ ਹਮੇਸ਼ਾ ਹੀ ਦਾਤਾ ਹੈਗਾ ਔਰ ਆਪਾਂ ਹਮੇਸ਼ਾ ਹੀ ਮੰਗਤੇ ਹੈਗੇ। ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਮੈਂ ਤਾਂ ਮੰਗਤਾ ਹੈਗਾ, ਤੁਮੇ ਸਦਾ ਸਦਾ ਉਪਕਾਰੇ, ਤੂੰ ਸਦਾ ਸਦਾ ਉਪਕਾਰ ਕਰਦਾ, ਮੇਰੇ ਜਿਹੜੇ ਹੈਗੇ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਸੋ ਕਿਛ ਨਾਹੀ ਜੇ ਮੈਂ ਤੇ ਹੋਵੇ, ਮੇਰੇ ਠਾਕੁਰ ਅਗਮ ਅਪਾਰੇ, ਮੇਰੇ ਕੋਲੋਂ ਕੁਛ ਵੀ ਨਹੀਂ ਹੋ ਸਕਦਾ। ਸੋ ਕਿਛ ਨਾਹੀ, ਕੁਛ ਵੀ ਨਹੀਂ ਮੈਂ ਕਰ ਸਕਦੀ। ਸੋ ਕਿਛ ਨਾਹੀ ਜੇ ਮੈਂ ਤੇ ਹੋਵੇ, ਮੇਰੇ ਠਾਕੁਰ ਅਗਮ ਅਪਾਰੇ। हे ਮੇਰੇ ਮਾਲਕਾ, ਤੂੰ ਅਗਮ ਆ, ਅਪਾਰ ਆ। ਕਿਆ ਸੇਵ ਕਮਾਵੋ, ਕਿਆ ਕਹਿ ਰਿਝਾਵੋ, ਵਿਧ ਕਿਤ ਪਾਵੋ ਦਰਸਾਰੇ। ਮੈਂ ਕਿ ਤੇਰੀ ਕੀ ਸੇਵ ਕਮਾਵਾਂ, ਕਿਵੇਂ ਤੈਨੂੰ ਮੈਂ ਰਿਝਾਵਾਂ, ਕਿਹੜੇ ਤਰੀਕੇ ਦੇ ਨਾਲ ਮੈਂ ਤੇਰੇ ਦਰਸ਼ਨ ਪਾਵਾਂ। ਮਿਤ ਨਹੀਂ ਪਾਈਏ, ਅੰਤ ਨਾ ਲਈਏ, ਮਨ ਤਰਸੇ ਚਰਨਾਰੇ। ਕਹਿੰਦੇ ਤੇਰੀ ਮਿਤੀ ਨਹੀਂ ਪਾਈ ਜਾ ਸਕਦੀ, ਤੇਰਾ ਵੇਅਰ ਅਬਾਊਟ ਕਿੰਨਾ ਕੁ ਵੱਡਾ ਹੈਗਾ ਤੂੰ, ਨਹੀਂ ਪਾਇਆ ਜਾ ਸਕਦਾ, ਤੇਰਾ ਅੰਤ ਨਹੀਂ ਪ੍ਰਾਪਤ ਹੁੰਦਾ। ਔਰ ਮਨ ਤਰਸਦਾ ਹੈ ਤੇਰੇ ਚਰਨਾਂ ਦੇ ਵਾਸਤੇ, ਮਨ ਤਰਸ ਹੈ ਚਰਨਾਰੇ। ਪਾਵੋ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਆਖਰੀ ਦੇ ਵਿੱਚ ਨੁਕਤਾ ਦੇ ਰਹੇ ਮਹਾਰਾਜ, ਪਾਵੋ ਦਾਨ ਢੀਠ ਹੋਏ ਮੰਗੋ। ਬਸ ਕਹਿੰਦੇ ਮੈਨੂੰ ਤਾਂ ਦਾਨ ਚਾਹੀਦਾ। ਆਪਾਂ ਨੇ ਢੀਠ ਬਣਨਾ ਹੈ ਭਾਈ, ਹੱਠ ਨਹੀਂ ਕਰਨਾ, ਢੀਠ ਬਣਨਾ ਹੈ। ਬਾਰ-ਬਾਰ ਜਿਹੜਾ ਹੈਗਾ ਬੈਠਣਾ ਹੈ, ਦਰ ਦੇ ਉੱਤੇ ਬੈਠਣਾ ਹੈ, ਭਾਵੇਂ ਬੁਰਕੀ ਆਏ ਭਾਵੇਂ ਨਾ ਆਏ। ਬਸ ਪਾਵੋ ਦਾਨ ਢੀਠ ਹੋਏ ਮੰਗੋ, ਮੰਗਦੇ ਰਹਿਣਾ ਹੈ। ਪਾਵੋ ਦਾਨ, ਵੀਰ ਜੀ ਪਾਵੋ ਦਾ ਮਤਲਬ ਇੱਥੇ ਮੰਗਣਾ। ਹਾਂਜੀ, ਪਾਵੋ ਮੈਂ ਮੰਗਣਾ, ਆਪਾਂ ਮੰਗਣਾ ਆ। ਪਾਵੋ ਮਤਲਬ ਮੈਂ ਪਾਵਾਂ ਦਾਨ, ਮੈਨੂੰ ਦਾਨ ਚਾਹੀਦਾ ਹੈ। ਢੀਠ ਹੋਏ ਮੰਗੋ, ਮੈਂ ਤਾਂ ਢੀਠ ਹਾਂ, ਮੈਂ ਨਹੀਂ ਛੱਡਣਾ ਦਰ, ਮੰਗੀ ਜਾਣਾ। ਮੈਂ ਕੀ ਚਾਹੀਦਾ, ਮੁਖ ਲਾਗੇ ਸੰਤਰੇ ਨਾਰੇ, ਮੇਰੇ ਮੁਖ ਤੇ ਮੈਨੂੰ ਦੇ, ਸੰਤਾਂ ਦੀ ਡਾਇਰੈਕਸ਼ਨ ਦੇ, ਸੰਤਾਂ ਦੀ ਰੇਣ ਦੇ, ਮੈਨੂੰ ਸਾਧ ਸੰਗਤ ਦੇ, ਮੈਨੂੰ ਗੁਰੂ ਦੀ ਮੱਤ ਦੇ। ਜਨ ਨਾਨਕ ਕੋ ਗੁਰੇ ਕਿਰਪਾ ਤਾਰੀ, ਪ੍ਰਭ ਹਾਥ ਦੇ ਨਿਸਤਾਰੇ। ਲਓ ਫਿਰ ਗੁਰੂ ਨੂੰ ਨਾਲ ਰੱਖਿਆ ਤੇ ਗੁਰੂ ਦੀ ਮੱਤ ਲਏ ਗਏ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਪਰਮਾਤਮਾ ਨੇ ਬਾਂਹ ਅੱਗੇ ਕਰਤੀ, ਕਹਿੰਦਾ ਆ ਜਾ, ਹੱਥ ਦੇ ਕੇ ਨਿਸਤਾਰਾ ਕਰਤਾ, ਸੰਸਾਰ ਸਮੁੰਦਰ ਤੋਂ ਕੱਢ ਲਿਆ ਮਾਲਕ ਨੇ, ਪ੍ਰਭੂ ਨੇ। ਜਨ ਨਾਨਕ ਕੋ ਗੁਰੇ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਜੀ ਪੂਰੇ 6 ਸੀਗੇ, ਇਹ ਪੂਰੇ ਹੋ ਗਏ। ਵੀਰ ਜੀ ਹੱਥ ਦੇ ਨਿਸਤਾਰੇ ਇੱਕ ਵਾਰ ਫੇਰ ਦੱਸ ਦਿਓ। ਹੱਥ ਦੇ ਨਿਸਤਾਰੇ ਮਤਲਬ ਹੱਥ ਦੇ ਕੇ ਮੈਨੂੰ ਸੰਸਾਰ ਸਮੁੰਦਰ ਤੋਂ ਜਿਹੜਾ ਹੈਗਾ ਕੱਢ ਲਿਆ, ਮੈਨੂੰ ਗਲ ਨਾਲ ਲਾ ਲਿਆ, ਹੱਥ ਦੇ ਕੇ ਖਿੱਚ ਲਿਆ ਮੈਨੂੰ। ਕਿਵੇਂ ਜਿਹੜਾ ਕੋਈ ਡੁੱਬਦਾ ਹੋਏ ਤੇ ਹੱਥ ਨਹੀਂ ਦਿੰਦੇ ਆਪਾਂ, ਡੁੱਬਦੇ ਨੂੰ ਕੱਢ ਲਿਆ ਮੈਨੂੰ ਸੰਸਾਰ ਸਮੁੰਦਰ ਤੋਂ। ਥੋੜਾ ਜਿਹਾ ਸਮਾਂ ਹੈਗਾ, ਇੱਕ ਹੋਰ ਲੈ ਲਈਏ ਸ਼ਬਦ ਅਗਲਾ। ਜ਼ਰੂਰ। ਸੂਹੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹੁਣ ਜਿਹੜਾ ਹੈਗੇ ਆਪਾਂ ਭਗਤੀ ਕਰਦੇ ਹਾਂ ਆਪਣੇ ਉੱਤੇ ਜਿਹੜਾ ਹੈਗਾ, ਇਹ ਆਪਾਂ ਬਹੁਤ ਜਿਹੜੇ ਹੈਗੇ ਆਹ ਸ਼ਬਦ ਨੂੰ ਧਿਆਨ ਨਾਲ ਲੈ ਲਈਏ ਭਾਈ। ਬਿਲਕੁਲ ਜਿਹੜਾ ਅਭਿਆਸੀ ਹੈਗੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਹਰੇਕ ਨੂੰ ਜਿਹੜਾ ਹੈਗਾ ਇਹਦੇ ਨਾਲ ਬਹੁਤ ਫਾਇਦਾ ਹੋਏਗਾ। ਸੂਹੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੀਸਰੇ ਘਰ 'ਚ ਦੇਖੋ ਘਰ ਬਦਲ ਗਿਆ ਇਹਦਾ। ਸੇਵਾ ਥੋੜੀ, ਮੰਗਣ ਬਹੁਤਾ। ਕਹਿੰਦੇ ਧਿਆਨ ਸਿਮਰਨ ਕਰਦਾ ਨਹੀਂ ਆ, ਸੇਵਾ ਥੋੜੀ ਹੈ ਤੇ ਡਿਮਾਂਡ ਵੱਡੀ ਹੈਗੀ ਆ।
ਦਰਸ਼ਨ ਚਾਹੁੰਦਾ ਹੈ ਵੀ ਮੇਰੇ ਅੰਦਰ ਜੋਤ ਪ੍ਰਕਾਸ਼ ਹੋ ਜਾਏ, ਮੇਰਾ ਮਨ ਖੜ ਜਾਏ। ਮਹਿਲ ਨਾ ਪਾਵੈ ਕਹਿ ਤੋ ਪਹੁਤਾ, ਮਹਿਲ ਤਾਂ ਨਹੀਂ ਪਾਇਆ ਹਾਲੇ, ਕਹਿੰਦਾ ਮੈਂ ਤਾਂ ਪਹੁੰਚ ਗਿਆ। ਆ ਵੀ ਹੈਗੀ ਭਾਈ, ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁਤਾ, ਜੋ ਪਿਰੇ ਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀਆਂ ਕੂੜੇ ਮੂਰਖ ਕੀ ਹਾਠੀਸਾ। ਇੱਥੇ ਗਲਤ ਕੀਤਾ ਹੋਇਆ ਜੀ, ਹਾ ਉੱਧਰ ਲੱਗਣਾ। ਜੋ ਪਿਰੇ ਮਾਨੇ ਤਿਨ ਕੀ ਰੀਸਾ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਨੇ ਮੰਨ ਲਿਆ ਆ, ਜਿਹੜੀਆਂ ਪਾਸ ਆਊਟ ਹੋ ਗਈਆਂ ਆ, ਜੋ ਪਿਰੇ ਮਾਨ ਤਿਨ ਕੀ ਰੀਸ, ਉਹਨਾਂ ਦੀ ਰੀਸ ਕਰਦੇ ਹਾਂ ਆਪਾਂ ਬ੍ਰਹਮ ਗਿਆਨੀਆਂ ਦੀ। ਕਹਿੰਦੇ ਕੂੜੇ ਮੂਰਖ ਕੀ ਹਾਠੀਸਾ, ਕਹਿੰਦੇ ਇਹ ਤਾਂ ਕੂੜੇ ਮੂਰਖ ਦਾ ਹੱਠ ਹੈਗਾ, ਹੱਠ ਹੈਗਾ, ਹੱਠ ਮੂਰਖ ਦਾ ਹੱਠ ਹੈਗਾ, ਮੂਰਖ ਪੁਣਾ ਹੈ। ਰਹਾਓ ਭੇਖ ਦਿਖਾਵੇ ਸੱਚ ਨਾ ਕਮਾਵੇ, ਬਾਹਰੋਂ ਭੇਖ ਦਿਖਾਉਂਦਾ ਹੈ, ਭਗਤ ਬਣਿਆ ਹੋਇਆ ਹੈ ਤੇ ਕਮਾਈ ਕਰਦਾ ਨਹੀਂ ਹੈ ਸੱਚ ਦੀ। ਕਹਿ ਤੋ ਮਹਿਲੀ ਨਿਕਟ ਨਾ ਆਵੇ, ਕਹਿੰਦਾ ਮਹਿਲ ਪਹੁੰਚ ਗਿਆ, ਮੈਂ ਵੀ ਅੱਗੇ ਪਹੁੰਚ ਗਿਆ ਮੈਂ, ਤੇ ਨੇੜੇ ਤਾਂ ਪਹੁੰਚਤੇ, ਉਹਦੇ ਮਹਿਲ ਦੇ ਤਾਂ ਨੇੜੇ ਵੀ ਨਹੀਂ ਹੈ। ਅਤੀਤ ਸਦਾਏ ਮਾਇਆ ਕਾ ਮਾਤਾ, ਕਹਿੰਦੇ ਆਪਣੇ ਆਪ ਨੂੰ ਕਹਿੰਦਾ ਹੈ ਅਤੀਤ ਸਦਾਉਂਦਾ ਹੈ ਸਾਧੂ, ਔਰ ਮਾਇਆ ਦੇ ਵਿੱਚ ਪੂਰਾ ਮੱਤਿਆ ਪਿਆ ਹੈ। ਅੰਦਰ ਜਿਹੜਾ ਹੈਗਾ ਪੂਰੀ ਮਾਇਆ ਦੀ ਖਿੱਚ ਬਣੀ ਪਈ ਹੈ। ਮਨ ਨਹੀਂ ਪ੍ਰੀਤ ਕਹੇ ਮੁਖੇ ਰਾਤਾ, ਮਨ ਦੇ ਵਿੱਚ ਪਿਆਰ ਹੀ ਨਹੀਂ ਹੈ, ਔਰ ਮੂੰਹ ਦੇ ਨਾਲ ਗੱਲਾਂ ਦੇ ਨਾਲ ਕਹਿੰਦਾ ਹੈ ਮੈਂ ਬੜਾ ਰੱਤਿਆ ਪਿਆ ਹਾਂ ਮਾਲਕ ਪਰਮਾਤਮਾ ਦੇ ਨਾਲ। ਮਨ ਨਹੀਂ ਪ੍ਰੀਤ, ਮਨ ਦੇ ਅੰਦਰ, ਮਨ ਦੇ ਵਿੱਚ ਕੋਈ ਖਿੱਚ ਹੀ ਨਹੀਂ ਹੈ ਮਾਲਕ ਪਰਮਾਤਮਾ ਦੀ, ਮਨ ਦੇ ਵਿੱਚ ਹੈ ਮਾਇਆ ਪੂਰੀ। ਅਤੀਤ ਸਦਾਏ ਮਾਇਆ ਕਾ ਮਾਤਾ, ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ। ਦੇਖੋ ਕੀ ਕਹਿ ਰਹੀ ਪੰਜਵੀਂ ਪਾਤਸ਼ਾਹੀ, ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਕਿ ਹੇ ਮੇਰੇ ਮਾਲਕਾ ਮੇਰੀ ਬੇਨਤੀ ਸੁਣ। ਕਹਿੰਦੇ ਬੇਨਤੀ ਕਰ ਮਾਲਕ ਪਰਮਾਤਮਾ ਦੇ ਅੱਗੇ, ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਮੇਰੀ ਬੇਨਤੀ ਸੁਣ। ਕੁਚਲ ਕਠੋਰ ਕਾਮੀ ਮੁਕਤ ਕੀਜੈ, ਹੇ ਮੇਰੇ ਮਾਲਕਾ ਮੈਂ ਤਾਂ ਬਹੁਤ ਹੀ ਭੈੜਾ ਹੈਗਾ ਆ, ਮੇਰੀਆਂ ਚਾਲਾਂ ਤਾਂ ਬਹੁਤ ਹੀ ਭੈੜੀਆਂ ਹੈਗੀਆਂ, ਮੈਂ ਕਠੋਰ ਹੈਗਾ ਆ, ਨਹੀਂ ਪਸੀਜਦਾ, ਮੈਂ ਕਾਮੀ ਹੈਗਾ ਆ, ਮੇਰੇ ਅੰਦਰ ਕਾਮਨਾਵਾਂ ਹੀ ਕਾਮਨਾਵਾਂ ਹੈਗੀਆਂ, ਮੈਨੂੰ ਮੁਕਤ ਕਰ, ਮੈਨੂੰ ਕੱਢ, ਮੇਰੇ ਉੱਤੇ ਮਿਹਰ ਕਰ। ਦਰਸ਼ਨ ਦੇਖੇ ਕੀ ਵਡਿਆਈ, ਤੁਮੇ ਸੁਖ ਦਾਤੇ ਪੁਰਖ ਸੁਭਾਈ ਰਹਾਓ। ਘਰ ਕੀ ਚਾਹੀਦਾ ਹੈ ਆਪਾਂ ਨੂੰ? ਉਹ ਮਾਲਕ ਪਰਮਾਤਮਾ ਜਿਹੜੇ ਹੈਗੇ, ਇਹ ਉਹਦੇ ਦਰਸ਼ਨ ਚਾਹੀਦੇ ਆ। ਜਿਨ੍ਹਾਂ ਨੂੰ ਦਰਸ਼ਨ ਹੋ ਜਾਂਦੇ ਆ ਉਹ ਵੱਡੇ ਹੋ ਜਾਂਦੇ ਆ, ਉਹਨਾਂ ਨੂੰ ਇਹ ਵਡਿਆਈ ਮਿਲ ਜਾਂਦੀ ਹੈ। ਦਰਸ਼ਨ ਦੇਖੇ ਕੀ ਵਡਿਆਈ, ਤੁਮੇ ਸੁਖ ਦਾਤੇ ਪੁਰਖ ਸੁਭਾਈ, ਤੂੰ ਜਿਹੜਾ ਹੈਗਾ ਸੁੱਖਾਂ ਦਾ ਦਾਤਾ ਹੈਗਾ ਆ, ਔਰ ਤੂੰ ਜਿਹੜਾ ਹੈਗਾ ਸੁਭਾਈ ਕਹਿੰਦੇ ਆ, ਤੂੰ ਜਿਹੜਾ ਹੈਗਾ ਚੰਗੇ ਸੁਭਾਅ ਵਾਲਾ ਹੈਗਾ ਆ, ਤੂੰ ਜਿਹੜਾ ਹੈਗਾ ਦਿਆਲੂ ਹੈ, ਕਿਰਪਾਲੂ ਹੈਗਾ ਆ, ਔਰ ਬੇਨਤੀ ਸੁਣਨ ਵਾਲਾ ਹੈਗਾ ਆ। ਦਰਸ਼ਨ ਦੇਖੇ ਕੀ ਵਡਿਆਈ, ਮੈਨੂੰ ਤੇਰੇ ਦਰਸ਼ਨ ਚਾਹੀਦੇ ਆ। ਤੁਮੇ ਸੁਖ ਦਾਤੇ ਪੁਰਖ ਸੁਭਾਈ, ਤੂੰ ਸੁੱਖਾਂ ਦਾ ਦਾਤਾ ਹੈਗਾ, ਔਰ ਮੇਰੀ ਪੁਕਾਰ ਸੁਣਨ ਵਾਲਾ ਹੈ, ਚੰਗੇ ਸੁਭਾਅ ਵਾਲਾ ਹੈ, ਔਰ ਮੇਰਾ ਮਿੱਤਰ ਹੈਗਾ ਆ। ਰਹਾਓ ਦੂਜਾ ਆ ਹੈਗੀ ਭਾਈ ਬੇਨਤੀ, ਤੇ ਸੇਵਾ ਥੋੜੀ ਮੰਗਣ ਬਹੁਤਾ, ਆ ਆਪਣੀ ਸਟੇਜ ਹੈਗੀ ਆ, ਇਸ ਕਰਕੇ ਲੱਗੇ ਰਹੀਏ ਭਾਈ, ਦਾਵਾ ਨਾ ਕਰੀਏ ਕੁਛ ਵੀ, ਮਾਲਕ ਪਰਮਾਤਮਾ ਮਿਹਰ ਕਰੇਗਾ। ਆਪਣੇ ਆਪ ਨੂੰ ਨਿਮਰਤਾ ਦੇ ਵਿੱਚ, ਗਰੀਬੀ ਦੇ ਵਿੱਚ ਜਿਹੜਾ ਹੈਗਾ ਰੱਖ ਕੇ ਯਾਤਰਾ ਕਰਦੇ ਰਹੀਏ। ਇਹ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਸਾਰੀ ਸੰਗਤ ਨੂੰ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ। ਭਾਈ ਸਾਹਿਬ ਭੈਣ ਜੀ ਨੇ ਬਹੁਤ ਸੋਹਣੀ ਗੱਲ ਕੀਤੀ, ਕਹਿੰਦੇ ਮੱਛੀ ਪਾਣੀ 'ਚ ਰਹਿ ਕੇ ਕਹਿੰਦੇ ਮੈਨੂੰ ਪਾਣੀ ਦਿਖਾ ਤੇ ਇਨਸਾਨ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬੇਟਾ। ਹਾਂਜੀ ਹਾਂਜੀ ਵੀਰ ਜੀ, ਬਿਲਕੁਲ ਸਹੀ ਗੱਲ ਹੈ। ਰੱਬ ਤੇ ਉਹਦੇ ਚਾਰੇ ਪਾਸੇ ਵਸਦਾ, ਪਰ ਉਹ ਕਹਿੰਦਾ ਮੈਨੂੰ ਰੱਬ ਦਿਖਾਓ। ਹਾਂ, ਬਸ ਆਹੀ ਗੇਮ ਆਹੀ ਹੈ। ਆਪਾਂ ਹੀ ਜਿਹੜੇ ਆਪਾਂ ਬਾਹਰ ਮੁਖੀ ਹਾਂ, ਆਕਾਰ ਦੇਖ ਰਹੇ ਹਾਂ ਆਪਾਂ, ਬਸ ਇਹੀ ਗੱਲ ਹੈ। ਆਕਾਰ ਉਹ ਨਿਰਾਕਾਰ ਨੂੰ ਨਹੀਂ ਦੇਖ ਰਹੇ। ਇਹੀ ਭਰਮ ਹੈ ਜਿਹੜਾ, ਉਸੇ 'ਚ ਹੀ ਫਸੇ ਹੋਏ ਆ ਭਾਜੀ। ਪੁੱਤ ਏਦਾਂ ਦੇ ਰੱਬ ਨੇ ਬਣਾਏ ਆ ਕਿ ਲੱਗਦੇ ਸੱਚੀ ਦੇ ਆ। ਬਿਲਕੁਲ ਠੀਕ ਹੈ ਜੀ। ਚੱਲਦੇ ਜਾਈਏ, ਬਸ ਲੱਗੇ ਰਹੀਏ ਬਸ। ਇਹ ਡਰ ਨਹੀਂ ਛੱਡਣਾ, ਬਸ ਆਪੇ ਮਾਲਕ ਨੇ ਮਿਹਰ ਕਰਨੀ ਹੈ। ਵਾਹਿਗੁਰੂ